हाँ जी, आप सब का एक बार फिर स्वागत है। ਅੱਜ ਅਸੀਂ ਪੜ੍ਹਨ ਜਾ ਰਹੇ ਹਾਂ ਭਾਰਤੀ ਆਰਿਆ। ਇਹ ਚੈਪਟਰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ 11ਵੀਂ ਕਲਾਸ ਦੇ ਪਹਿਲੇ ਯੂਨਿਟ ਦੇ ਵਿੱਚੋਂ ਸੈਕੰਡ ਪਾਰਟ ਹੈ। ਸੋ ਇਸ ਦੀ ਸ਼ੁਰੂਆਤ ਕਰੀਏ। ਸਭ ਤੋਂ ਪਹਿਲਾਂ ਇਹਦੀ ਇੰਟਰੋਡਕਸ਼ਨ ਜਾਂ ਜਾਣ ਪਛਾਣ। ਸੋ ਆਰਿਆ ਲੋਕ ਬਹੁਤ ਹੀ ਬਲਵਾਨ, ਗੋਰੇ ਤੇ ਖਿੱਚ ਭਰਪੂਰ ਸ਼ਖਸੀਅਤ ਦੇ ਮਾਲਕ ਸੀ। ਇਹਨਾਂ ਲੋਕਾਂ ਨੇ ਭਾਰਤ ਵਿੱਚ ਆ ਕੇ ਇੱਕ ਪੇਂਡੂ ਸੱਭਿਅਤਾ ਦਾ ਵਿਕਾਸ ਕੀਤਾ। ਇੱਕ ਇਹੋ ਜਿਹੀ ਪੇਂਡੂ ਸੱਭਿਅਤਾ ਜੋ ਅੱਜ ਤੱਕ ਮੌਜੂਦ ਹੈ ਔਰ ਅੱਜ ਵੀ ਭਾਰਤ ਦੀ ਸੱਭਿਅਤਾ ਪੇਂਡੂ ਸੱਭਿਅਤਾ ਦੇ ਰੂਪ ਦੇ ਵਿੱਚ ਜਾਣੀ ਜਾਂਦੀ ਹੈ। ਆਰਿਆ ਲੋਕਾਂ ਨੇ ਭਾਰਤ ਦੇ ਲਈ ਬਹੁਤ ਮਹੱਤਵਪੂਰਨ ਯੋਗਦਾਨ ਦਿੱਤਾ ਭਾਰਤ ਦੀ ਤਰੱਕੀ ਦੇ ਲਈ। ਖਾਸ ਤੌਰ ਤੇ ਸਾਹਿਤਕ ਪੱਖੋਂ ਇਹਨਾਂ ਨੇ ਜਿਹੜੀਆਂ ਉਸ ਸਮੇਂ ਦੀਆਂ ਮੌਜੂਦ ਬਾਕੀ ਦੀਆਂ ਸੱਭਿਅਤਾ ਸੀਗੀਆਂ ਉਹਨਾਂ ਸਾਰਿਆਂ ਦੇ ਵਿੱਚ ਸਭ ਤੋਂ ਅੱਗੇ ਸੀ, ਕਿਉਂਕਿ ਇਹਨਾਂ ਨੇ ਸਾਹਿਤਕ ਰੂਪ ਦੇ ਵਿੱਚ ਕਈ ਗ੍ਰੰਥਾਂ ਦੀ ਰਚਨਾ ਕੀਤੀ, ਜਿਨ੍ਹਾਂ ਵਿੱਚ ਮੁੱਖ ਰੂਪ ਦੇ ਵਿੱਚ ਰਿਗਵੇਦ ਬੜਾ ਮਸ਼ਹੂਰ ਵੇਦ ਆ, ਜਿਹੜਾ ਸਿਰਫ ਭਾਰਤ ਦਾ ਹੀ ਨਹੀਂ ਬਲਕਿ ਦੁਨੀਆ ਦਾ ਸਭ ਤੋਂ ਪੁਰਾਣਾ ਗ੍ਰੰਥ ਮੰਨਿਆ ਜਾਂਦਾ। ਸੋ ਜਦੋਂ ਵੀ ਕਿਤੇ ਅਸੀਂ ਭਾਰਤ ਦੇ ਇਤਿਹਾਸ ਦੀ ਗੱਲ ਕਰਦੇ ਹਾਂ ਤਾਂ ਉਸ ਸਮੇਂ ਆਮ ਤੌਰ ਤੇ ਅਸੀਂ ਆਰਿਆ ਦੇ ਇਤਿਹਾਸ ਦੀ ਹੀ ਗੱਲ ਕਰਦੇ ਹੁੰਦੇ ਆ। ਜਿਸ ਤਰ੍ਹਾਂ ਕਿ ਡਾਕਟਰ ਰਾਧਾ ਕੁਮਦ ਮੁਖਰਜੀ ਨੇ ਕਿਹਾ ਆ ਕਿ the history of India is generally taken to be the history of the Aryans in India। ਸੋ ਇੰਨਾ ਜ਼ਿਆਦਾ ਆਰਿਆ ਲੋਕਾਂ ਦਾ ਪ੍ਰਭਾਵ ਹੈ ਕਿ ਜਦੋਂ ਵੀ ਕਿਤੇ ਅਸੀਂ ਭਾਰਤ ਦੇ ਇਤਿਹਾਸ ਦੀ ਗੱਲ ਕਰਦੇ ਹਾਂ ਤਾਂ ਉੱਥੇ ਆਰਿਆਂ ਦੀ ਗੱਲ ਸਾਹਮਣੇ ਜ਼ਰੂਰ ਆਉਂਦੀ। ਸੋ ਉਸ ਤੋਂ ਬਾਅਦ ਅੱਗੇ ਅਸੀਂ ਗੱਲ ਕਰਦੇ ਹਾਂ ਕਿ ਇਹ ਭਾਰਤ ਵਿੱਚ ਕਿਸ ਤਰ੍ਹਾਂ ਆਏ। ਜਿਸ ਤਰ੍ਹਾਂ ਸਭ ਤੋਂ ਪਹਿਲਾ ਵਿਚਾਰ ਅਸੀਂ ਲੈਂਦੇ ਹਾਂ, ਇਹਦੇ ਵਿੱਚ ਵੱਖ-ਵੱਖ ਇਤਿਹਾਸਕਾਰਾਂ ਦੇ ਵੱਖ-ਵੱਖ ਵਿਚਾਰ ਆ। ਪਹਿਲਾ ਜਿਹੜਾ ਵਿਚਾਰ ਆ ਉਹ ਵਿਚਾਰ ਦਿੰਦੇ ਆ ਅਵਿਨਾਸ਼ ਚੰਦਰ ਦਾਸ ਤੇ ਡਾਕਟਰ ਸੰਪੂਰਨ ਨੰਦ ਆਦਿ। ਇਹ ਸਾਰੇ ਇਹ ਵਿਚਾਰ ਦਿੰਦੇ ਆ ਕਿ ਜਿਹੜੇ ਆਰਿਆ ਲੋਕ ਸੀਗੇ ਇਹ ਸਪਤ ਸਿੰਧੂ ਦੇ ਇਲਾਕੇ ਦੇ ਵਿੱਚ ਹੀ ਵਸੇ ਸੀ। ਇਹ ਵਿਦੇਸ਼ਾਂ ਦੇ ਵਿੱਚੋਂ ਨਹੀਂ ਆਏ ਸੀਗੇ, ਬਲਕਿ ਇਹ ਇੱਥੋਂ ਹੀ ਜਿਹੜਾ ਸਪਤ ਸਿੰਧੂ ਭਾਵ 7 ਦਰਿਆ ਜਿਹੜੇ ਆ ਸਤਲੁਜ, ਬਿਆਸ, ਰਾਵੀ, ਚਨਾਬ, ਜਿਹਲਮ, ਸਿੰਧ, ਸਰਸਵਤੀ ਇੱਥੋਂ ਦੇ ਹੀ ਵਸਨੀਕ ਸੀ। ਔਰ ਇੱਥੋਂ ਦੇ ਇਲਾਕੇ ਨੂੰ ਸਪਤ ਸਿੰਧੂ ਤੋਂ ਇਲਾਵਾ ਬ੍ਰਹਮ ਰਿਸ਼ੀ ਪ੍ਰਦੇਸ਼ ਵੀ ਕਿਹਾ ਜਾਂਦਾ ਸੀਗਾ ਔਰ ਇੱਥੇ ਹੀ ਇਹ ਰਹਿੰਦੇ ਸੀਗੇ। ਸੋ ਇਸ ਤਰ੍ਹਾਂ ਇਹਨਾਂ ਦਾ ਮੂਲ ਨਿਵਾਸ ਸਥਾਨ ਸਪਤ ਸਿੰਧੂ ਹੀ ਇਹ ਇਤਿਹਾਸਕਾਰ ਮੰਨਦੇ। ਤੇ ਦੂਜਾ ਵਿਚਾਰ ਜਿਹੜਾ ਆ ਉਹ ਪ੍ਰਸਿੱਧ ਜਰਮਨ ਦੇ ਇਤਿਹਾਸਕਾਰ ਮੈਕਸ ਮੂਲਰ ਵੱਲੋਂ ਦਿੱਤਾ ਗਿਆ ਆ। ਉਹਨਾਂ ਦਾ ਵਿਚਾਰ ਆ ਕਿ ਇਹ ਜਿਹੜੇ ਆਰਿਆ ਲੋਕ ਸੀਗੇ ਇਹ ਮੱਧ ਏਸ਼ੀਆ ਦੇ ਵਸਨੀਕ ਸੀਗੇ। ਉਥੋਂ ਦੀ ਇਹਨਾਂ ਦੀਆਂ ਜਿਹੜੀਆਂ ਸ਼ਾਖਾਵਾਂ ਸੀ ਉਹ ਇੱਕ ਸ਼ਾਖਾ ਯੂਰਪ ਵੱਲ ਚਲੀ ਗਈ। ਇਸੇ ਕਰਕੇ ਉਹ ਮੰਨਦੇ ਆ ਕਿ ਜਰਮਨ, ਇਰਾਨੀ, ਅੰਗਰੇਜ਼ ਇਹ ਸਾਰਿਆਂ ਦਾ ਜਿਹੜਾ ਪਿਛੋਕੜ ਆ ਉਹ ਕਿਤੇ ਨਾ ਕਿਤੇ ਆਰਿਆ ਲੋਕਾਂ ਦੇ ਨਾਲ ਹੀ ਜੁੜਿਆ ਹੋਇਆ ਹੈ। ਉਸ ਤੋਂ ਬਾਅਦ ਤੀਸਰਾ ਵਿਚਾਰ ਦੀ ਜੇ ਗੱਲ ਕਰੀਏ ਤੇ ਤੀਸਰਾ ਵਿਚਾਰ ਜਿਹੜੇ ਪ੍ਰਸਿੱਧ ਇਤਿਹਾਸਕਾਰ ਪੀ ਗਾਇਲਸ, ਮੈਕਡੋਨਲ ਆਦਿ ਦਿੰਦੇ ਆ। ਇਹਨਾਂ ਦੇ ਅਨੁਸਾਰ ਜਿਹੜੇ ਆਰਿਆ ਲੋਕਾਂ ਦਾ ਮੂਲ ਨਿਵਾਸ ਸਥਾਨ ਸੀ ਯੂਰਪ ਦੇ ਵਿੱਚ ਆਸਟਰੀਆ ਹੰਗਰੀ ਇਹਨਾਂ ਦਾ ਮੂਲ ਨਿਵਾਸ ਸਥਾਨ ਸੀ, ਕਿਉਂਕਿ ਉਹ ਕਹਿੰਦੇ ਆ ਕਿ ਜਿਹੜੇ ਵੇਦਾਂ ਦੇ ਵਿੱਚ ਜਿਨ੍ਹਾਂ ਦਰਖਤਾਂ ਦੀ ਗੱਲ ਕੀਤੀ ਹੋਈ ਹੈ, ਜਿਨ੍ਹਾਂ ਪਸ਼ੂਆਂ ਦੀ ਗੱਲ ਕੀਤੀ ਹੋਈ ਹੈ, ਉਹ ਮੱਧ ਯੂਰਪ ਦੇ ਵਿੱਚ ਉਹ ਜਿਹੜੇ ਪਸ਼ੂ ਆ ਜਾਂ ਉਹ ਜਿਹੜੇ ਦਰਖਤ ਆ ਉਹ ਮਿਲਦੇ ਆ। ਇਸ ਕਰਕੇ ਉਹ ਮੰਨਦੇ ਆ ਕਿ ਇਹਨਾਂ ਦਾ ਜਿਹੜਾ ਮੂਲ ਨਿਵਾਸ ਸਥਾਨ ਆ ਉਹ ਆਸਟਰੀਆ ਹੰਗਰੀ ਹੋ ਸਕਦਾ। ਉਸ ਤੋਂ ਬਾਅਦ ਅਗਲਾ ਜਿਹੜਾ ਵਿਚਾਰ ਆ ਉੱਤਰੀ ਧਰੁਵ ਦਾ ਵਿਚਾਰ ਦਿੱਤਾ ਹੈ ਬਾਲ ਗੰਗਾਧਰ ਤਿਲਕ ਨੇ। ਉਹ ਕਹਿੰਦੇ ਆ ਕਿ ਇਹਨਾਂ ਦਾ ਆਰਿਆਂ ਦਾ ਮੂਲ ਨਿਵਾਸ ਸਥਾਨ ਉੱਤਰੀ ਧਰੁਵ ਸੀ, ਕਿਉਂਕਿ ਵੇਦਾਂ ਦੇ ਵਿੱਚ ਕਈ ਜਗ੍ਹਾ 6 ਮਹੀਨੇ ਦਿਨ ਤੇ 6 ਮਹੀਨੇ ਰਾਤ ਦੀ ਗੱਲ ਕੀਤੀ ਹੈ ਔਰ ਇਹ ਉੱਤਰੀ ਧਰੁਵ ਦੇ ਵਿੱਚ ਹੀ ਅਜਿਹਾ ਹੁੰਦਾ ਆ। ਇਸੇ ਤਰ੍ਹਾਂ ਦੇ ਨਾਲ ਸਵਾਮੀ ਦਇਆਨੰਦ ਦਾ ਵਿਚਾਰ ਇਹ ਹੈ ਕਿ ਇਹਨਾਂ ਦਾ ਮੂਲ ਨਿਵਾਸ ਸਥਾਨ ਤਿੱਬਤ ਸੀ। ਉਹ ਇਹ ਤਰਕ ਦਿੰਦੇ ਆ ਕਿ ਵੇਦਾਂ ਦੇ ਵਿੱਚ ਸੂਰਜ, ਅਗਨੀ ਇਹਨਾਂ ਦੀ ਬਹੁਤ ਜ਼ਿਆਦਾ ਮਹੱਤਤਾ ਸੀ, ਇਹਨਾਂ ਨੂੰ ਪੂਜਿਆ ਜਾਂਦਾ ਸੀ। ਕਾਰਨ ਇਹ ਸੀ ਕਿ ਉਸ ਸਮੇਂ ਉਸ ਤਿੱਬਤ ਵਾਲੇ ਇਲਾਕੇ ਵਿੱਚ, ਅੱਜ ਵੀ ਜੇ ਤਿੱਬਤ ਦੀ ਗੱਲ ਕਰੀਏ ਤੇ ਤਿੱਬਤ ਦੇ ਵਿੱਚ ਬਹੁਤ ਜ਼ਿਆਦਾ ਠੰਡ ਹੁੰਦੀ ਹੈ, ਜਿਸ ਕਰਕੇ ਅਗਨੀ, ਸੂਰਜ ਦੀ ਪੂਜਾ ਜਿਹੜੀ ਆ ਕੀਤੀ ਜਾਂਦੀ।
ਉਸ ਤੋਂ ਬਾਅਦ ਵੱਖ-ਵੱਖ ਜਿਹੜੇ ਇਤਿਹਾਸਿਕ ਸੋਮਿਆਂ ਦੀ ਜੇ ਗੱਲ ਕਰੀਏ ਤੇ ਕਈ ਸੋਮੇ ਆ ਜਿਸ ਤੋਂ ਸਾਨੂੰ ਇਹਨਾਂ ਬਾਰੇ ਆਰਿਆਂ ਬਾਰੇ ਪਤਾ ਲੱਗਦਾ ਆ। ਹੁਣ ਇਹ ਜਿਹੜੇ ਵੱਖ-ਵੱਖ ਸੋਮੇ ਆ ਇਹਨਾਂ ਦੇ ਵਿੱਚ ਵੈਦਿਕ ਸਾਹਿਤ ਮੁੱਖ ਆ, ਇਸ ਤੋਂ ਇਲਾਵਾ ਪੁਰਾਣ ਤੇ ਮਹਾਕਾਵ ਵੀ ਆ, ਉਪਨਿਸ਼ਦ ਵੀ ਆ, ਵੇਦਾਂਗ, ਇਹ ਕਈ ਸਾਰੇ ਸਰੋਤ ਆ ਜਿਨ੍ਹਾਂ ਤੋਂ ਸਾਨੂੰ ਉਸ ਸਮੇਂ ਦੇ ਇਤਿਹਾਸ ਦੇ ਬਾਰੇ ਜਾਣਕਾਰੀ ਮਿਲਦੀ ਹੈ। ਸੋ ਸਭ ਤੋਂ ਪਹਿਲਾਂ ਅਸੀਂ ਕਰਦੇ ਹਾਂ ਗੱਲ ਵੈਦਿਕ ਸਾਹਿਤ। ਸੋ ਵੈਦਿਕ ਸਾਹਿਤ ਦੀ ਜੇ ਗੱਲ ਕਰੀਏ ਤੇ ਇਹਦੇ ਵਿੱਚ ਸਭ ਤੋਂ ਪਹਿਲਾ ਗ੍ਰੰਥ ਜਿਹੜਾ ਆਉਂਦਾ ਉਹ ਰਿਗਵੇਦ ਆਉਂਦਾ ਆ, ਜਿਹਨੂੰ ਕਿ ਮਾਣ ਹਾਸਲ ਹੈ ਭਾਰਤ ਦੇ ਸਭ ਤੋਂ ਪੁਰਾਣੇ ਗ੍ਰੰਥ ਹੋਣ ਦਾ ਵੀ। ਇਸ ਗ੍ਰੰਥ ਦੇ ਵਿੱਚ 10,500 ਦੇ ਕਰੀਬ ਮੰਤਰ ਆ, 1028 ਸੂਕਤ ਆ, ਜਿਹੜੇ ਕਿ 10 ਮੰਡਲਾਂ ਦੇ ਵਿੱਚ ਵੰਡੇ ਗਏ ਆ। ਰਿਗਵੇਦ ਦੇ ਵਿੱਚ ਮੁੱਖ ਰੂਪ ਦੇ ਵਿੱਚ ਜਿਹੜੇ ਆਰੰਭਕ ਦੇਵੀ ਦੇਵਤੇ ਸੀ ਉਹਨਾਂ ਦੀ ਉਸਤਤ ਕੀਤੀ ਗਈ ਹੈ। ਪੂਰਨ ਰੂਪ ਦੇ ਵਿੱਚ ਇਹ ਜਿਹੜਾ ਰਿਗਵੇਦ ਆ ਇੱਕ ਧਾਰਮਿਕ ਗ੍ਰੰਥ ਆ, ਬਲਕਿ ਇਹ ਜਿੰਨੇ ਵੀ ਵੇਦ ਆ ਰਿਗਵੇਦ, ਸਾਮਵੇਦ, ਯਜੁਰਵੇਦ, ਅਥਰਵਵੇਦ, ਇਹ ਸਾਰੇ ਦੇ ਸਾਰੇ ਧਾਰਮਿਕ ਗ੍ਰੰਥ ਆ। ਪਰ ਫਿਰ ਵੀ ਉਸ ਸਮੇਂ ਦੇ ਹਾਲਾਤਾਂ ਦੇ ਬਾਰੇ, ਉਸ ਸਮੇਂ ਦੇ ਸਮਾਜ ਦੇ ਬਾਰੇ ਬਹੁਤ ਸਾਰੀ ਜਾਣਕਾਰੀ ਸਾਨੂੰ ਇਹਨਾਂ ਵੇਦਾਂ ਦੇ ਵਿੱਚੋਂ ਮਿਲ ਜਾਂਦੀ ਹੈ। ਅਗਲਾ ਜਿਹੜਾ ਸਰੋਤ ਆ ਜਾਂ ਗ੍ਰੰਥ ਆ ਉਹ ਯਜੁਰਵੇਦ ਹੈ। ਯਜੁਰਵੇਦ ਦੇ ਵਿੱਚ ਯੱਗਾਂ ਦੇ ਬਾਰੇ ਦੇ ਵਿੱਚ, ਯੱਗ ਕਰਨ ਦੇ ਢੰਗਾਂ ਦੇ ਬਾਰੇ ਦੇ ਵਿੱਚ ਬਹੁਤ ਕੁਝ ਲਿਖਿਆ ਹੋਇਆ ਆ। ਇਸ ਗ੍ਰੰਥ ਦੇ ਵਿੱਚ ਇਹ ਵੀ ਮੰਨਿਆ ਜਾਂਦਾ ਆ ਕਿ ਇਹ ਜਿਹੜਾ ਗ੍ਰੰਥ ਆ ਕਰਮ ਕਾਂਡ ਪ੍ਰਧਾਨ ਗ੍ਰੰਥ ਆ ਔਰ ਇਹਦੇ ਵਿੱਚ ਬਲੀ ਪ੍ਰਥਾ ਵਰਗੀਆਂ ਜਿਹੜੀਆਂ ਪ੍ਰਥਾਵਾਂ ਉਹਨਾਂ ਦਾ ਵੀ ਉਲੇਖ ਕੀਤਾ ਗਿਆ ਹੈ। ਅਗਲੇ ਗ੍ਰੰਥ ਦੀ ਜੇ ਗੱਲ ਕਰੀਏ ਤਾਂ ਉਹ ਹੈ ਸਾਮਵੇਦ। ਸਾਮ ਤੋਂ ਭਾਵ ਹੈ ਸੁਰ। ਸੋ ਇਸ ਸਾਮਵੇਦ ਦੇ ਵਿੱਚ ਜਿੰਨੇ ਵੀ ਮੰਤਰ ਦੱਸੇ ਗਏ ਆ ਉਹ ਸਾਰੇ ਦੇ ਸਾਰੇ ਗੀਤ ਦੇ ਰੂਪ ਦੇ ਵਿੱਚ ਜਿਨ੍ਹਾਂ ਨੂੰ ਗਾਇਆ ਜਾ ਸਕਦਾ ਆ, ਉਹ ਸਾਰੇ ਮੰਤਰ ਇਸ ਸਾਮਵੇਦ ਦੇ ਵਿੱਚ ਲਿਖੇ ਹੋਏ ਆ। ਹਾਲਾਂਕਿ ਇਹ ਸਾਮਵੇਦ ਦੇ ਵਿੱਚ ਕੁੱਲ 99 ਮੰਤਰ ਆ, ਬਾਕੀ ਸਾਰੇ ਜਿੰਨੇ ਵੀ ਮੰਤਰ ਆ ਉਹ ਰਿਗਵੇਦ ਵਿੱਚੋਂ ਲਏ ਗਏ ਆ, ਆਪਣੇ ਸਾਮਵੇਦ ਦੇ 99 ਮੰਤਰ ਹੀ ਹਨ। ਉਸ ਤੋਂ ਬਾਅਦ ਅਗਲਾ ਜਿਹੜਾ ਸਰੋਤ ਹੈ ਉਹ ਹੈ ਅਥਰਵਵੇਦ। ਸੋ ਅਥਰਵਵੇਦ ਦੀ ਰਚਨਾ ਮੰਨਿਆ ਜਾਂਦਾ ਹੈ ਕਿ ਇਹ ਜਿੰਨੇ ਵੀ ਚਾਰੇ ਵੇਦ ਆ, ਇਹ ਚਾਰੇ ਵੇਦਾਂ ਦੇ ਵਿੱਚ ਸਭ ਤੋਂ ਬਾਅਦ ਦੇ ਵਿੱਚ ਇਹਦੀ ਰਚਨਾ ਹੋਈ ਹੈ। ਸੋ ਇਸ ਅਥਰਵਵੇਦ ਦੇ ਵਿੱਚ ਆਯੁਰਵੇਦ ਦੇ ਨਾਲ ਸੰਬੰਧਿਤ, ਔਸ਼ਧੀ ਵਿਗਿਆਨ ਦੇ ਨਾਲ ਸੰਬੰਧਿਤ ਬਹੁਤ ਸਾਰੀਆਂ ਚੀਜ਼ਾਂ ਆ ਉਹ ਇਹਦੇ ਵਿੱਚ ਦੱਸੀਆਂ ਹੋਈਆਂ ਹੈ। ਕਈ ਸਾਰੇ ਇਤਿਹਾਸਕਾਰ, ਖਾਸ ਕਰਕੇ ਜਿਹੜੇ ਪੱਛਮੀ ਇਤਿਹਾਸਕਾਰ ਆ, ਉਹ ਇਸ ਗ੍ਰੰਥ ਨੂੰ ਠੀਕ ਢੰਗ ਨਾਲ ਸਮਝ ਨਹੀਂ ਸਕੇ ਔਰ ਉਹ ਇਹ ਮੰਨਦੇ ਆ ਕਿ ਇਹਨਾਂ ਗ੍ਰੰਥਾਂ ਦੇ ਵਿੱਚ ਭੂਤਾਂ ਪ੍ਰੇਤਾਂ ਤੋਂ ਛੁਟਕਾਰਾ ਪਾਉਣ ਦੇ ਜਿਹੜੇ ਗੱਲ ਆ ਉਹ ਵੀ ਇਹਦੇ ਵਿੱਚ ਕਹੀ ਗਈ ਹੈ। ਸੋ ਅਗਲਾ ਜਿਹੜਾ ਮਹੱਤਵਪੂਰਨ ਸਰੋਤ ਹੈ ਉਹ ਹੈ ਪੁਰਾਣ। ਸੋ ਇਹ ਜਿਹੜੇ ਪੁਰਾਣ ਆ, ਭਾਵੇਂ ਕਿ ਇਹ ਵੀ ਪੂਰੀ ਤਰ੍ਹਾਂ ਦੇ ਨਾਲ ਧਾਰਮਿਕ ਗ੍ਰੰਥ ਆ, ਗਿਣਤੀ ਦੇ ਵਿੱਚ ਭਾਵੇਂ ਕਿ 18 ਆ, ਪਰ ਕੁਝ ਹੀ ਇਹਦੇ ਵਿੱਚੋਂ ਇਤਿਹਾਸਿਕ ਪੱਖੋਂ ਮਹੱਤਵਪੂਰਨ ਮੰਨੇ ਜਾਂਦੇ ਆ। ਸੋ ਇਹਨਾਂ ਪੁਰਾਣਾਂ ਦੇ ਵਿੱਚ ਪ੍ਰਾਚੀਨ ਭਾਰਤ ਦੇ ਵੱਖ-ਵੱਖ ਰਾਜਿਆਂ ਦਾ ਵਰਣਨ ਕੀਤਾ ਗਿਆ ਆ, ਜਿਸ ਤੋਂ ਉਸ ਸਮੇਂ ਦੇ ਹਾਲਾਤਾਂ ਦੇ ਬਾਰੇ ਪਤਾ ਲੱਗਦਾ, ਉਸ ਸਮੇਂ ਦੀ ਰਾਜਨੀਤੀ ਬਾਰੇ ਪਤਾ ਲੱਗਦਾ ਆ। ਉਸ ਤੋਂ ਬਾਅਦ ਮਹਾਕਾਵਾਂ ਦੀ ਜੇ ਗੱਲ ਕਰ ਲਈਏ ਤਾਂ ਰਮਾਇਣ ਤੇ ਮਹਾਭਾਰਤ ਦਾ ਨਾਂ ਸਾਹਮਣੇ ਆਉਂਦਾ ਆ। ਸੋ ਰਮਾਇਣ ਜਿਸ ਦੀ ਰਚਨਾ ਮਹਾਰਿਸ਼ੀ ਵਾਲਮੀਕ ਜੀ ਨੇ ਕੀਤੀ ਸੀ ਔਰ ਇਸ ਰਮਾਇਣ ਦੇ ਵਿੱਚ 24,000 ਸ਼ਲੋਕ ਹਨ। ਇਸ ਤੋਂ ਇਲਾਵਾ ਮਹਾਭਾਰਤ ਦੀ ਜੇ ਗੱਲ ਕਰ ਲਈਏ ਤੇ ਮਹਾਭਾਰਤ ਦੀ ਰਚਨਾ ਮਹਾਰਿਸ਼ੀ ਵੇਦ ਵਿਆਸ ਜੀ ਨੇ ਕੀਤੀ ਸੀ। ਇਸ ਮਹਾਭਾਰਤ ਦੇ ਵਿੱਚ ਲਗਭਗ 1 ਲੱਖ ਸ਼ਲੋਕ ਹਨ। ਉਸ ਤੋਂ ਬਾਅਦ ਅਗਲੇ ਜਿਹੜੇ ਸਰੋਤ ਦੀ ਜੇ ਆਪਾਂ ਗੱਲ ਕਰੀਏ ਤਾਂ ਉਹ ਆਰਣਕਿਆ ਹੈ। ਇਹ ਰਿਸ਼ੀ ਮੁਨੀਆਂ ਵੱਲੋਂ ਜੰਗਲਾਂ ਵਿੱਚ ਰਚੇ ਗਏ ਗ੍ਰੰਥ ਹਨ ਜੋ ਉਪਨਿਸ਼ਦਾਂ ਦਾ ਆਧਾਰ ਮੰਨੇ ਜਾਂਦੇ ਹਨ। ਇਸ ਤੋਂ ਇਲਾਵਾ ਜੇ ਉਪਨਿਸ਼ਦਾਂ ਦੀ ਗੱਲ ਕਰ ਲਈਏ ਤੇ ਉਪਨਿਸ਼ਦ ਜਿਹੜੇ ਆ ਉਹਦੇ ਵਿੱਚ ਵਿਸ਼ਵ ਦੀ ਉਤਪਤੀ ਕਿਸ ਤਰ੍ਹਾਂ ਦੇ ਨਾਲ ਹੋਈ, ਜਨਮ ਮਰਨ ਆਦਿ ਵਿਸ਼ਿਆਂ ਤੇ ਵਿਚਾਰ ਵਟਾਂਦਰਾ ਇਹਦੇ ਵਿੱਚ ਉਪਨਿਸ਼ਦਾਂ ਦੇ ਵਿੱਚ ਕੀਤਾ ਗਿਆ ਹੈ। ਇਹ ਸਾਰੇ ਦੇ ਸਾਰੇ ਇਤਿਹਾਸਕ ਪੱਖੋਂ ਮਹੱਤਵਪੂਰਨ ਜਾਣਕਾਰੀ ਦਿੰਦੇ ਆ। ਇਸ ਤੋਂ ਇਲਾਵਾ ਵੇਦਾਂਗ ਹਨ, ਸੂਤਰ ਗ੍ਰੰਥ ਹਨ। ਸੋ ਇਹ ਸਾਰੇ ਦੇ ਸਾਰੇ ਮਹੱਤਵਪੂਰਨ ਸਰੋਤ ਆ ਉਸ ਸਮੇਂ ਦੀ ਜਾਣਕਾਰੀ ਇੱਥੋਂ ਦੀ ਇਹਨਾਂ ਗ੍ਰੰਥਾਂ ਤੋਂ ਪਤਾ ਲੱਗਦਾ। ਉਸ ਤੋਂ ਬਾਅਦ ਜੇ ਗੱਲ ਕਰੀਏ ਕਿ ਆਰੀਆ ਲੋਕਾਂ ਦੇ ਕਿਸ ਤਰ੍ਹਾਂ ਦੇ ਨਾਲ ਇਹ ਭਾਰਤ ਵਿੱਚ ਆਏ, ਬਹੁਤ ਸਾਰੇ ਇਤਿਹਾਸਕਾਰ ਮੰਨਦੇ ਆ ਕਿ ਇਹ ਭਾਰਤ ਦੇ ਮੂਲ ਵਸਨੀਕ ਨਹੀਂ ਸੀ। ਹਾਲਾਂਕਿ ਇਹਦੇ ਵਿੱਚ ਵੀ ਮਤਭੇਦ ਆ, ਪਰ ਇਹ ਮੰਨਿਆ ਜਾਂਦਾ ਆ ਕਿ ਇਹ ਜਿਸ ਤਰ੍ਹਾਂ ਤੁਸੀਂ ਨਕਸ਼ੇ ਦੇ ਵਿੱਚ ਦੇਖ ਰਹੇ ਹੋ ਕਿ ਅਫਗਾਨਿਸਤਾਨ ਵਾਲੇ ਪਾਸਿਓਂ ਦੀ ਭਾਰਤ ਵਿੱਚ ਅੰਦਰ ਆਏ ਸੀ।
ਇਹ ਮੰਨਿਆ ਜਾਂਦਾ ਆ ਕਿ ਇਹ ਮੱਧ ਏਸ਼ੀਆ ਵਿੱਚੋਂ ਚੱਲੇ ਤੇ ਇਹ ਦੋ ਸ਼ਾਖਾਵਾਂ ਵਿੱਚ ਵੰਡੇ ਗਏ। ਇੱਕ ਜਿਹੜੀ ਸ਼ਾਖਾ ਸੀ ਉਹ ਯੂਰਪ ਵੱਲ ਚਲੀ ਗਈ ਤੇ ਦੂਸਰੀ ਜਿਹੜੀ ਸ਼ਾਖਾ ਸੀ ਉਹ ਈਰਾਨ ਵੱਲ ਚਲੀ ਗਈ, ਔਰ ਈਰਾਨ ਤੋਂ ਇਹ ਭਾਰਤ ਵੱਲ ਨੂੰ ਆਏ ਸੀਗੇ। ਸੋ ਭਾਰਤ ਵਿੱਚ ਆਉਣ ਤੇ, ਕਿਉਂਕਿ ਭਾਰਤ ਦੇ ਵਿੱਚ ਜਿਹੜਾ ਆਉਣ ਦਾ ਰਸਤਾ ਆ ਉਹਦੇ ਵਿੱਚ ਸਭ ਤੋਂ ਪਹਿਲਾਂ ਪੰਜਾਬ ਆਉਂਦਾ ਆ। ਸੋ ਇਸ ਤਰ੍ਹਾਂ ਦੇ ਨਾਲ ਇਹ ਪੰਜਾਬ ਵਿੱਚ ਪਹੁੰਚੇ ਔਰ ਪੰਜਾਬ ਦੇ ਵਿੱਚ ਸਪਤ ਸਿੰਧੂ ਦੇ ਇਲਾਕੇ ਵਿੱਚ ਪਹੁੰਚੇ। ਉਸ ਤੋਂ ਬਾਅਦ ਇੱਥੇ ਕਬਜ਼ਾ ਕਰਨ ਦੇ ਲਈ ਉਹਨਾਂ ਨੇ ਜਿਹੜੇ ਇੱਥੋਂ ਦੇ ਮੂਲ ਵਸਨੀਕਾਂ ਨੂੰ ਹਰਾਉਣ ਤੋਂ ਬਾਅਦ ਆਪਸੀ ਯੁੱਧ ਵੀ ਕਈ ਇਹਨਾਂ ਨੂੰ ਕਰਨੇ ਪਏ, ਜਿਸ ਦਾ ਗਿਆਨ ਸਾਨੂੰ ਪੁਰਾਣੇ ਵੇਦ ਆ ਉਹਨਾਂ ਤੋਂ ਸਾਨੂੰ ਪਤਾ ਲੱਗਦਾ ਆ। ਜਿਸ ਤਰ੍ਹਾਂ ਕਿ ਵੇਦਾਂ ਦੇ ਵਿੱਚ 10 ਰਾਜਿਆਂ ਦੇ ਯੁੱਧ ਦਾ ਵਰਣਨ ਕੀਤਾ ਹੋਇਆ ਹੈ। ਸੋ ਉਸ ਸਮੇਂ ਦੇ ਵਿੱਚ ਜਿਹੜੀਆਂ ਨਦੀਆਂ ਸੀ ਉਹਨਾਂ ਦੇ ਨਾਂ ਵੀ ਜਿਹੜੇ ਸੀਗੇ ਉਹ ਵੱਖੋ ਵੱਖਰੇ ਸੀਗੇ। ਜਿਵੇਂ ਕਿ ਨਕਸ਼ੇ ਦੇ ਵਿੱਚ ਦੱਸਿਆ ਹੋਇਆ ਆ, ਸਤਲੁਜ ਨੂੰ ਉਸ ਸਮੇਂ ਸਤੂਦਰੀ ਕਿਹਾ ਜਾਂਦਾ ਸੀ, ਬਿਆਸ ਨੂੰ ਵਿਪਾਸ ਕਿਹਾ ਜਾਂਦਾ ਸੀ, ਰਾਵੀ ਨੂੰ ਪੁਰੂਸ਼ਨੀ ਕਿਹਾ ਜਾਂਦਾ ਸੀ, ਚਨਾਬ ਨੂੰ ਅਸਿਕਨੀ ਕਿਹਾ ਜਾਂਦਾ ਸੀ ਤੇ ਜੇਹਲਮ ਨੂੰ ਵਿਤਤਸਾ ਕਿਹਾ ਜਾਂਦਾ ਸੀ। ਉਸ ਤੋਂ ਬਾਅਦ ਉੱਤਰ ਵੈਦਿਕ ਕਾਲ ਦੇ ਵਿੱਚ ਇਹਨਾਂ ਦਾ ਵਿਸਥਾਰ ਗੰਗਾ ਯਮੁਨਾ ਦਾ ਇਲਾਕਾ ਸੀ, ਉਧਰਲੇ ਪਾਸੇ ਨੂੰ ਵੀ ਇਹ ਵਧਣ ਲੱਗ ਪਏ ਔਰ ਇਹਨਾਂ ਨੇ ਕਈ ਸਾਰੇ ਜਿਹੜੇ ਇਲਾਕੇ ਸੀ ਜਿੱਤ ਲਏ ਸੀ, ਜਿਨ੍ਹਾਂ ਵਿੱਚ ਮੁੱਖ ਤੌਰ ਤੇ ਕੌਸ਼ਲ, ਮਗਧ, ਅਮਗ, ਬੰਗ ਆਦਿ ਇਹ ਸਾਰੇ ਇਲਾਕੇ ਸੀ, ਜਿਨ੍ਹਾਂ ਨੂੰ ਰਲਾ ਕੇ ਇਹਨਾਂ ਨੂੰ ਆਰਿਆਵਰਤ ਦਾ ਨਾਮ ਦਿੱਤਾ ਜਾਂਦਾ ਸੀ। ਉਸ ਤੋਂ ਬਾਅਦ ਇਹਨਾਂ ਦੇ ਰਾਜਨੀਤਿਕ ਸੰਗਠਨ ਦੀ ਗੱਲ ਕਰਦੇ ਹਾਂ ਕਿ ਕਿਸ ਤਰ੍ਹਾਂ ਦਾ ਰਾਜਨੀਤਿਕ ਸੰਗਠਨ ਹੁੰਦਾ ਸੀਗਾ। ਸਭ ਤੋਂ ਉੱਪਰ ਜਿਹੜੀ ਥਾਂ ਪ੍ਰਾਪਤ ਸੀ ਉਹ ਰਾਜੇ ਨੂੰ ਪ੍ਰਾਪਤ ਸੀ। ਸੋ ਰਾਜਾ ਜਿਹੜਾ ਕਿ ਸਾਰੀ ਦੇ ਸਾਰੇ ਇਲਾਕੇ ਦਾ ਮਾਲਕ ਹੁੰਦਾ ਸੀ ਔਰ ਜਿਹਨੂੰ ਹਰ ਤਰ੍ਹਾਂ ਦੇ ਅਧਿਕਾਰ ਪ੍ਰਾਪਤ ਹੁੰਦੇ ਸੀ। ਸੋ ਇਹ ਰਾਜੇ ਦੀ ਪਦਵੀ ਜਿਹੜੀ ਸੀ ਇਹ ਹੌਲੀ ਹੌਲੀ ਜੱਦੀ ਹੁੰਦੀ ਗਈ। ਪਹਿਲਾਂ ਰਾਜਿਆਂ ਦੀ ਪਦਵੀ ਜਿਹੜੀ ਸੀ ਜੱਦੀ ਨਹੀਂ ਸੀ ਹੁੰਦੀ, ਯੋਗਤਾ ਦੇ ਆਧਾਰ ਤੇ ਰਾਜੇ ਨੂੰ ਚੁਣਿਆ ਜਾਂਦਾ ਸੀਗਾ, ਪਰ ਹੌਲੀ ਹੌਲੀ ਬਾਅਦ ਦੇ ਵਿੱਚ ਇਹ ਪਦਵੀ ਜਿਹੜੀ ਸੀ ਜੱਦੀ ਹੋਣ ਲੱਗ ਪਈ। ਹਾਲਾਂਕਿ ਪਹਿਲਾਂ ਰਾਜੇ ਦੀ ਮਨਮਰਜ਼ੀ ਤੋਂ ਰੋਕਣ ਦੇ ਲਈ ਸਭਾ ਤੇ ਸਮਿਤੀ ਨਾਂ ਦੀਆਂ ਸੰਸਥਾਵਾਂ ਵੀ ਹੁੰਦੀਆਂ ਸੀਗੀਆਂ। ਰਾਜਿਆਂ ਨੇ ਬਾਅਦ ਦੇ ਵਿੱਚ ਕਈ ਤਰ੍ਹਾਂ ਦੀਆਂ ਉਪਾਧੀਆਂ ਜਿਹੜੀਆਂ ਸੀ ਧਾਰਨ ਕਰਨੀਆਂ ਸ਼ੁਰੂ ਕਰ ਦਿੱਤੀਆਂ, ਜਿਹਦੇ ਵਿੱਚ ਸਮਰਾਟ, ਅਧਿਰਾਜ, ਰਾਜਾਧਿਰਾਜ, ਵਿਰਾਟ, ਸਾਰਵਭੌਮ ਆਦਿ ਮੁੱਖ ਸੀ। ਇਸ ਤੋਂ ਇਲਾਵਾ ਕਈ ਤਰ੍ਹਾਂ ਦੇ ਯੱਗ ਜਿਹੜੇ ਸੀ ਉਹ ਵੀ ਰਾਜੇ ਕਰਨ ਲੱਗ ਪਏ, ਜਿਨ੍ਹਾਂ ਵਿੱਚ ਅਸ਼ਵਮੇਧ ਦਾ ਯੱਗ ਬੜਾ ਮਸ਼ਹੂਰ ਯੱਗ ਮੰਨਿਆ ਜਾਂਦਾ ਆ। ਰਾਜੇ ਦੀ ਮਦਦ ਕਰਨ ਦੇ ਲਈ ਸਭਾ ਤੇ ਸਮਿਤੀ ਵੀ ਹੁੰਦੀ ਸੀ। ਜਿਸ ਤਰ੍ਹਾਂ ਮੈਂ ਹੁਣੇ ਗੱਲ ਕਰਕੇ ਹਟਿਆ ਕਿ ਸਭਾ ਤੇ ਸਮਿਤੀ ਇਹੋ ਜਿਹੀਆਂ ਸੰਸਥਾਵਾਂ ਸੀ ਜੋ ਰਾਜੇ ਦੀ ਨਿਰੰਕੁਸ਼ਤਾ ਤੇ ਅੰਕੁਸ਼ ਲਗਾਉਂਦੀਆਂ ਸੀ। ਇਹਨਾਂ ਨੂੰ ਉਸ ਸਮੇਂ ਮੰਨਿਆ ਜਾਂਦਾ ਸੀਗਾ ਕਿ ਇਹ ਪ੍ਰਜਾ ਪ੍ਰਤੀ ਬ੍ਰਹਮਾ ਦੀਆਂ ਧੀਆਂ ਆ। ਸੋ ਇਹਨਾਂ ਨੂੰ ਬੜਾ ਸਨਮਾਨ ਦੇ ਨਾਲ ਦੇਖਿਆ ਜਾਂਦਾ ਸੀ। ਸਭਾ ਵਿਦਵਾਨਾਂ ਦਾ ਸੰਗਠਨ ਹੁੰਦਾ ਸੀ, ਜਿਹੜਾ ਕਿ ਕਬੀਲੇ ਦੇ ਵਿਦਵਾਨ ਤੇ ਬਜ਼ੁਰਗ ਲੋਕ ਹੁੰਦੇ ਸੀ, ਉਹ ਸਭਾ ਬਣਾਉਂਦੇ ਸੀਗੇ ਤੇ ਸਮਿਤੀ ਜਿਹੜੇ ਸੀ ਉਹਦੇ ਵਿੱਚ ਕਬੀਲੇ ਦੇ ਸਾਰੇ ਲੋਕ ਆਉਂਦੇ ਸੀ, ਜਾਂ ਐ ਕਹਿ ਲਈਏ ਕਿ ਕਬੀਲੇ ਦੇ ਸਾਰੇ ਲੋਕਾਂ ਦਾ ਸੰਗਠਨ ਹੁੰਦਾ ਸੀ। ਉੱਤਰ ਵੈਦਿਕ ਕਾਲ ਦੇ ਵਿੱਚ ਇਹਨਾਂ ਦੀ ਮਹੱਤਤਾ ਘਟਣ ਲੱਗ ਪਈ। ਇਸ ਤੋਂ ਇਲਾਵਾ ਮੁੱਖ ਅਧਿਕਾਰੀ ਵੀ ਹੋਂਦ ਵਿੱਚ ਆਏ। ਪੁਰੋਹਿਤ ਜਿਹੜੇ ਸੀਗੇ ਉਹ ਧਾਰਮਿਕ ਕੰਮਾਂ ਦੇ ਲਈ ਸਲਾਹ ਦਿੰਦੇ ਹੁੰਦੇ ਸੀ ਰਾਜੇ ਨੂੰ। ਉਹ ਯੱਗ ਵੀ ਕਰਿਆ ਕਰਦੇ ਸੀਗੇ ਰਾਜਿਆਂ ਦੇ ਲਈ। ਸੈਨਾਨੀ ਜਿਹੜੇ ਸੀ ਉਹ ਮੁੱਖ ਰੂਪ ਦੇ ਵਿੱਚ ਸੈਨਾਪਤੀ ਦਾ ਕੰਮ ਕਰਦੇ ਸੀਗੇ, ਭਾਵ ਯੁੱਧ ਵਿੱਚ ਜਾਣ ਦਾ ਕੰਮ, ਯੁੱਧ ਦੇ ਲਈ ਯੋਜਨਾ ਬਣਾਉਣ ਦਾ ਕੰਮ, ਰਣਨੀਤੀ ਬਣਾਉਣ ਦਾ ਕੰਮ ਸੈਨਾਨੀ ਦੀ ਮਦਦ ਨਾਲ ਕੀਤਾ ਜਾਂਦਾ ਸੀ। ਇਸ ਤੋਂ ਇਲਾਵਾ ਗ੍ਰਾਮੀਣੀ ਜਿਹੜੀ ਸੀ ਉਹ ਪ੍ਰਸ਼ਾਸਨ ਦੀ ਸਭ ਤੋਂ ਛੋਟੀ ਇਕਾਈ ਸੀ ਤੇ ਸਭ ਤੋਂ ਛੋਟੀ ਇਕਾਈ ਹੁੰਦੀ ਸੀ ਪਿੰਡ। ਸੋ ਪਿੰਡ ਦਾ ਜਿਹੜਾ ਮੁਖੀ ਹੁੰਦਾ ਸੀਗਾ ਉਹਨੂੰ ਗ੍ਰਾਮੀਣੀ ਕਿਹਾ ਜਾਂਦਾ ਸੀਗਾ। ਰਿਗ ਵੈਦਿਕ ਕਾਲ ਦੇ ਵਿੱਚ ਇਹ ਤਿੰਨ ਹੀ ਰਾਜੇ ਦੀ ਮਦਦ ਜਾਂ ਰਾਜੇ ਨੂੰ ਪ੍ਰਸ਼ਾਸਨ ਚਲਾਉਣ ਦੇ ਵਿੱਚ ਮਦਦ ਕਰਦੇ ਸੀਗੇ। ਬਾਅਦ ਦੇ ਵਿੱਚ ਕਈ ਸਾਰੀਆਂ ਹੋਰ ਪਦਵੀਆਂ ਸਥਾਪਿਤ ਹੋ ਗਈਆਂ, ਜਿਨ੍ਹਾਂ ਵਿੱਚ ਸਮਗਰਹੋਤਰੀ ਮੁੱਖ ਸੀ, ਜਿਹੜਾ ਕਿ ਖਜ਼ਾਨਚੀ ਦਾ ਕੰਮ ਕਰਿਆ ਕਰਦੇ ਸੀ। ਖਸ਼ਤਰੀ ਹੁੰਦੇ ਸੀ ਜਿਹੜੇ ਕਿ ਘਰੇਲੂ ਮਾਮਲਿਆਂ ਦਾ ਇੰਚਾਰਜ ਹੁੰਦਾ ਸੀ। ਅਕਸ਼ਵਾਪ ਹੁੰਦਾ ਸੀ ਜਿਹੜਾ ਕਿ ਜੂਆ ਆਤੇ ਨਿਗਰਾਨੀ ਰੱਖਦੇ ਹੁੰਦੇ ਸੀ। ਇਸ ਤਰ੍ਹਾਂ ਦੀਆਂ ਕਈ ਜਿਹੜੀਆਂ ਪਦਵੀਆਂ ਸੀ ਉਹ ਹੋਂਦ ਵਿੱਚ ਆਈਆਂ। ਤੇ ਆ ਸੱਜੇ ਪਾਸੇ ਅਸੀਂ ਦੇਖ ਸਕਦੇ ਹਾਂ ਕਿ ਉਸ ਸਮੇਂ
ਮਹਾਜਨਪਦ ਜਿਹੜੇ ਸੀਗੇ 16 ਮਹਾਜਨਪਦ ਭਾਵ 16 ਵੱਡੇ ਨਗਰ ਸਥਾਪਿਤ ਹੋ ਗਏ ਸੀ, ਜਿਨ੍ਹਾਂ ਦੇ ਨਾਮ ਲਿਖੇ ਹੋਏ ਆ, ਜਿਨ੍ਹਾਂ ਕਿ 16 ਮਹਾਜਨਪਦ ਦੇ ਨਾਮ ਦੇ ਨਾਲ ਜਾਣਿਆ ਜਾਂਦਾ। ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਆਰਥਿਕ ਸਥਿਤੀ ਦੀ ਕਿ ਉਸ ਸਮੇਂ ਦੀ ਇਕਨੋਮੀ ਕਿਹੋ ਜਿਹੀ ਸੀ, ਇਕਨੋਮਿਕ ਕੰਡੀਸ਼ਨਸ ਕਿਹੋ ਜਿਹੀਆਂ ਸੀਗੀਆਂ। ਆਰਥਿਕ ਪੱਖੋਂ ਜੇ ਗੱਲ ਕਰੀਏ ਤਾਂ ਸਭ ਤੋਂ ਮਹੱਤਵਪੂਰਨ ਕੰਮ ਸੀ ਪਸ਼ੂ ਪਾਲਣ ਦਾ, ਔਰ ਚਰਵਾਹਿਆਂ ਦੇ ਰੂਪ ਦੇ ਵਿੱਚ ਇਹ ਜਿਹੜੀ ਜਾਤੀ ਸੀ ਮੰਨੀ ਜਾਂਦੀ ਸੀ। ਉਸ ਸਮੇਂ ਦੇ ਵਿੱਚ ਜਿਹੜੀ ਗਾਂ ਸੀ ਉਹ ਆਰਥਿਕ ਹਾਲਾਤ ਦੀ ਨਿਰਧਾਰਕ ਹੁੰਦੀ ਸੀ। ਉਸ ਸਮੇਂ ਗਊ ਮਾਤਾ ਦੀ ਪੂਜਾ ਵੀ ਕਰਨ ਲੱਗ ਪਏ ਸੀ। ਜਿਸ ਵਿਅਕਤੀ ਕੋਲ ਜਿੰਨੀਆਂ ਜ਼ਿਆਦਾ ਗਾਵਾਂ ਹੁੰਦੀਆਂ ਸੀ ਉਨਾ ਹੀ ਜ਼ਿਆਦਾ ਉਹਨੂੰ ਅਮੀਰ ਸਮਝਿਆ ਜਾਂਦਾ ਸੀਗਾ। ਦੂਜੇ ਪਾਸੇ ਜੇ ਖੇਤੀਬਾੜੀ ਦੀ ਗੱਲ ਕਰੀਏ ਤੇ ਖੇਤੀਬਾੜੀ ਜਿਹੜਾ ਸੀਗਾ ਉਹ ਪਸ਼ੂ ਪਾਲਣ ਦੇ ਨਾਲ ਨਾਲ ਦੂਜਾ ਮੁੱਖ ਧੰਦਾ ਸੀ। ਉਸ ਸਮੇਂ ਖੇਤੀਬਾੜੀ ਦੇ ਵਿੱਚ ਦੋ ਤਰ੍ਹਾਂ ਦੀਆਂ ਜ਼ਮੀਨਾਂ ਹੁੰਦੀਆਂ ਸੀ, ਇੱਕ ਨੂੰ ਉਰਵਰਾ ਕਿਹਾ ਜਾਂਦਾ ਸੀ ਤੇ ਇੱਕ ਨੂੰ ਖੇਲੇ ਕਿਹਾ ਜਾਂਦਾ ਸੀ। ਉਰਵਰਾ ਉਹ ਜ਼ਮੀਨ ਹੁੰਦੀ ਸੀ ਜਿਹੜੀ ਕਿ ਉਪਜਾਊ ਜ਼ਮੀਨ ਹੁੰਦੀ ਸੀ, ਜਿਹਦੇ ਉੱਤੇ ਖੇਤੀ ਕੀਤੀ ਜਾਂਦੀ ਸੀ ਤੇ ਜਿਹਦੇ ਉੱਤੇ ਕਿਸੇ ਨਾ ਕਿਸੇ ਦਾ ਮਾਲਕਾਨਾ ਹੱਕ ਹੁੰਦਾ ਸੀ। ਤੇ ਖੇਲੇ ਉਹ ਹੁੰਦੀ ਸੀ ਜਿਹੜੀ ਕਿ ਬੰਜਰ ਜ਼ਮੀਨ ਹੁੰਦੀ ਸੀ, ਔਰ ਜਿਹੜੀ ਕਿ ਸਾਂਝੀ ਜ਼ਮੀਨ ਹੁੰਦੀ ਸੀ ਜਿਹਦੇ ਉੱਤੇ ਆਮ ਤੌਰ ਤੇ ਪਸ਼ੂਆਂ ਨੂੰ ਚਾਰਾ ਖਾਣ ਦੇ ਲਈ ਛੱਡ ਦਿੱਤਾ ਜਾਂਦਾ ਸੀ। ਆਮ ਤੌਰ ਦੇ ਉੱਤੇ ਸਿੰਚਾਈ ਦਾ ਜਿਹੜਾ ਸਾਧਨ ਸੀ ਉਹ ਵਰਖਾ ਹੀ ਸੀ, ਵਰਖਾ ਉੱਤੇ ਹੀ ਨਿਰਭਰ ਕਰਦਾ ਸੀਗਾ। ਜੇ ਵਰਖਾ ਚੰਗੀ ਹੋ ਜਾਂਦੀ ਸੀ ਤਾਂ ਫਸਲ ਵੀ ਚੰਗੀ ਹੋ ਜਾਂਦੀ ਸੀ। ਹਾਲਾਂਕਿ ਉਸ ਸਮੇਂ ਦੇ ਵਿੱਚ ਖੂਹਾਂ ਆਦਿ ਦੀ ਮਦਦ ਦੇ ਨਾਲ ਵੀ ਸਿੰਚਾਈ ਦਾ ਕੰਮ ਕੀਤਾ ਜਾਂਦਾ ਸੀਗਾ। ਸੋ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵਪਾਰ ਤੇ ਉਦਯੋਗ ਧੰਦਿਆਂ ਦੀ, ਸੋ ਵਪਾਰ ਵੀ ਉਸ ਸਮੇਂ ਦੇ ਲੋਕਾਂ ਦਾ ਇੱਕ ਧੰਦਾ ਹੁੰਦਾ ਸੀ। ਵਪਾਰੀਆਂ ਨੂੰ ਉਸ ਸਮੇਂ ਦੇ ਵਿੱਚ ਪਣੀ ਸ਼ਬਦ ਦੇ ਨਾਲ ਜਾਣਿਆ ਜਾਂਦਾ ਸੀ, ਔਰ ਉਸ ਸਮੇਂ ਦੇ ਵਿੱਚ ਵਸਤੂ ਵਟਾਂਦਰਾ ਬਾਰਟਰ ਸਿਸਟਮ ਚੱਲਿਆ ਕਰਦਾ ਸੀ। ਇਸ ਤੋਂ ਇਲਾਵਾ ਉਸ ਸਮੇਂ ਨਿਸ਼ਕ ਨਾਂ ਦਾ ਸਿੱਕਾ ਵੀ ਮੌਜੂਦ ਸੀਗਾ, ਜਿਹਦੇ ਰਾਹੀਂ ਵਪਾਰ ਕੀਤਾ ਜਾਂਦਾ ਸੀਗਾ। ਹਾਲਾਂਕਿ ਬਾਅਦ ਦੇ ਵਿੱਚ ਉੱਤਰ ਵੈਦਿਕ ਕਾਲ ਦੇ ਵਿੱਚ ਸ਼ਤਮਾਨ, ਕ੍ਰਿਸ਼ਨਲ ਆਦਿ ਇਹ ਵੀ ਸਿੱਕੇ ਜਿਹੜੇ ਸੀਗੇ ਉਹ ਵੀ ਹੋਂਦ ਵਿੱਚ ਆਉਣ ਲੱਗ ਪਏ ਸੀਗੇ। ਉਸ ਸਮੇਂ ਵਪਾਰੀਆਂ ਦੇ ਇਕੱਠ ਨੂੰ ਸੰਘ ਜਾਂ ਗਿੱਲੜ ਦਾ ਨਾਂ ਵੀ ਦਿੱਤਾ ਜਾਂਦਾ ਸੀ। ਇਸ ਤੋਂ ਇਲਾਵਾ ਉਸ ਸਮੇਂ ਦੇ ਵਿੱਚ ਕੱਪੜਾ ਬੁਣਨਾ ਵੀ ਪ੍ਰਸਿੱਧ ਧੰਦਾ ਹੋਇਆ ਕਰਦਾ ਸੀਗਾ। ਉਸ ਸਮੇਂ ਤਰਖਾਣ, ਲੋਹਾਰ, ਸੁਨਿਆਰੇ, ਘੁਮਿਆਰ, ਨਾਈ ਇਹ ਵੀ ਜਿਹੜੇ ਸੀਗੇ ਆਮ ਧੰਦੇ ਜਿਹੜੇ ਸੀਗੇ ਉਹ ਹੁੰਦੇ ਸੀ। ਇਸ ਤੋਂ ਇਲਾਵਾ ਕਈ ਵਪਾਰਿਕ ਨਗਰ ਵੀ ਹੋਂਦ ਵਿੱਚ ਆਏ, ਜਿਨ੍ਹਾਂ ਵਿੱਚ ਕੋਸ਼ਾਬੀ, ਚੰਪਾ, ਸ਼ਰਾਵਤੀ, ਹਸਤਿਨਾਪੁਰ, ਕਾਸ਼ੀ, ਤਕਸ਼ਿਲਾ ਇਹ ਮੁੱਖ ਨਗਰ ਸੀਗੇ ਜਿਹੜੇ ਕਿ ਉਸ ਸਮੇਂ ਵਪਾਰਕ ਨਗਰਾਂ ਦੇ ਰੂਪ ਦੇ ਵਿੱਚ ਸਾਹਮਣੇ ਹੋਂਦ ਵਿੱਚ ਆਏ। ਇਸ ਤੋਂ ਬਾਅਦ ਜੇ ਆਪਾਂ ਸਮਾਜਿਕ ਹਾਲਾਤਾਂ ਦੀ ਗੱਲ ਕਰ ਲਈਏ, ਸੋਸ਼ਲ ਕੰਡੀਸ਼ਨਸ ਦੀ ਗੱਲ ਕਰੀਏ ਤੇ ਸਭ ਤੋਂ ਪਹਿਲਾਂ ਪਰਿਵਾਰ ਆਉਂਦਾ। ਸੋ ਪਰਿਵਾਰ ਜਿਹੜੇ ਸੀਗੇ ਉਸ ਸਮੇਂ ਪਿਤਾ ਪ੍ਰਧਾਨ ਪਰਿਵਾਰ ਹੁੰਦਾ ਸੀਗਾ, ਪੈਟਰੀਆਰਚਲ ਸੁਸਾਇਟੀ ਹੁੰਦੀ ਸੀਗੀ, ਜਿਹਦੇ ਵਿੱਚ ਪਰਿਵਾਰ ਦੇ ਮੁਖੀ ਨੂੰ ਗ੍ਰਹਿਪਤੀ ਜਾਂ ਕੁਲਪਤੀ ਜਿਹੜਾ ਸੀ ਕਿਹਾ ਜਾਂਦਾ ਸੀਗਾ। ਉਸ ਸਮੇਂ ਸੰਯੁਕਤ ਪਰਿਵਾਰ ਪ੍ਰਣਾਲੀ ਸੀ। ਅੱਜ ਦੇ ਸਮੇਂ ਤੱਕ ਇਹ ਸੰਯੁਕਤ ਪਰਿਵਾਰ ਪ੍ਰਣਾਲੀ ਭਾਰਤ ਵਿੱਚ ਚੱਲਦੀ ਆ ਰਹੀ ਹੈ। ਸੋ ਇਹ ਮੰਨਿਆ ਜਾਂਦਾ ਆ ਕਿ ਇਹ ਸੰਯੁਕਤ ਪਰਿਵਾਰ ਪ੍ਰਣਾਲੀ ਇਹਨਾਂ ਆਰਿਆਂ ਲੋਕਾਂ ਦੀ ਹੀ ਦੇਣ ਆ। ਸੋ ਉਸ ਸਮੇਂ ਕਿਉਂਕਿ ਪਿਤਾ ਪ੍ਰਧਾਨ ਸਮਾਜ ਹੁੰਦਾ ਸੀਗਾ, ਔਰ ਸਭ ਤੋਂ ਵੱਡੀ ਉਮਰ ਵਾਲਾ ਪੁਰਸ਼ ਜਿਹੜਾ ਸੀ ਉਹੀ ਪਰਿਵਾਰ ਦਾ ਮੁਖੀ ਵੀ ਹੁੰਦਾ ਸੀਗਾ। ਜਦੋਂ ਉਹਦੀ ਮੌਤ ਹੋ ਜਾਂਦੀ ਸੀ ਤਾਂ ਉਸ ਤੋਂ ਬਾਅਦ ਪਰਿਵਾਰ ਦੇ ਵਿੱਚ ਜਿਹੜਾ ਅਗਲਾ ਵੱਡਾ ਪੁੱਤਰ ਹੁੰਦਾ ਸੀ ਉਹਨੂੰ ਮੁਖੀ ਬਣਾਇਆ ਜਾਂਦਾ ਸੀਗਾ। ਸੋ ਇਸ ਤਰ੍ਹਾਂ ਦੇ ਨਾਲ ਪਰਿਵਾਰ ਜਿਹੜਾ ਸੀਗਾ ਉਹ ਪਿਤਾ ਪ੍ਰਧਾਨ ਪਰਿਵਾਰ ਹੋਇਆ ਕਰਦਾ ਸੀ। ਉਸ ਤੋਂ ਬਾਅਦ ਅਗਲੀ ਗੱਲ ਕਰਦੇ ਹਾਂ ਇਸਤਰੀਆਂ ਦੀ ਸਥਿਤੀ ਦੇ ਬਾਰੇ। ਸੋ ਇਸਤਰੀਆਂ ਦੀ ਸਥਿਤੀ ਰਿਗ ਵੈਦਿਕ ਕਾਲ ਦੇ ਵਿੱਚ ਬਹੁਤ ਜ਼ਿਆਦਾ ਸਨਮਾਨਜਨਕ ਸੀ। ਇਸਤਰੀਆਂ ਨੂੰ ਮਰਦਾਂ ਦੇ ਬਰਾਬਰ ਦਾ ਅਧਿਕਾਰ ਪ੍ਰਾਪਤ ਸੀ। ਇੱਥੋਂ ਤੱਕ ਕਿ ਬਹੁਤ ਸਾਰੇ ਯੱਗ, ਬਹੁਤ ਸਾਰੀਆਂ ਪੂਜਾ ਇਹੋ ਜਿਹੀ ਹੁੰਦੀ ਸੀ ਜਿਹਦੇ ਵਿੱਚ ਕਿ ਇਸਤਰੀ ਦਾ ਮੌਜੂਦ ਹੋਣਾ ਬਹੁਤ ਜ਼ਰੂਰੀ ਹੁੰਦਾ ਸੀ, ਨਹੀਂ ਤਾਂ ਪੂਜਾ ਨੂੰ ਸੰਪੂਰਨ ਨਹੀਂ ਮੰਨਿਆ ਜਾਂਦਾ ਸੀ। ਉਸ ਸਮੇਂ ਇਸਤਰੀਆਂ ਨੂੰ ਸਵੰਬਰ ਦਾ ਅਧਿਕਾਰ ਸੀਗਾ, ਭਾਵ ਆਪਣਾ ਪਤੀ ਆਪ ਚੁਣ ਸਕਦੀਆਂ ਸੀ। ਉਸ ਸਮੇਂ ਇਸਤਰੀਆਂ ਨੂੰ ਅਰਧਾਂਗਣੀ ਤੇ ਸਹਿਧਰਮਣੀ ਨਾਂ ਦੇ ਨਾਲ ਵੀ ਜਾਣਿਆ ਜਾਂਦਾ ਸੀਗਾ, ਜਿਸ ਤਰ੍ਹਾਂ ਕਿ ਰਿਗਵੇਦ ਵਿੱਚ ਕਈ ਜਗ੍ਹਾ ਦੇ ਉੱਤੇ ਇਹਨਾਂ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਸੋ ਇਸ ਤੋਂ ਇਹ ਪਤਾ ਲੱਗਦਾ ਆ ਕਿ ਔਰਤ ਦਾ ਬੜਾ ਹੀ ਸਨਮਾਨਜਨਕ ਦਰਜਾ ਸੀ ਉਸ ਸਮੇਂ। ਉਸ ਸਮੇਂ ਦੀਆਂ ਕਈ ਵਿਦਵਾਨ ਇਸਤਰੀਆਂ ਦੇ ਨਾਮ ਵੀ ਸਾਨੂੰ ਮਿਲਦੇ ਆ,
ਜਿਨ੍ਹਾਂ ਵਿੱਚ ਅਪਲਾ, ਵਿਸ਼ਵਵਾਰਾ, ਘੋਸ਼, ਨਿਵਾਵਰੀ ਆਦਿ ਇਹ ਪ੍ਰਸਿੱਧ ਵਿਦਵਾਨ ਇਸਤਰੀਆਂ ਸੀ। ਪਰ ਹੌਲੀ-ਹੌਲੀ ਉੱਤਰ ਵੈਦਿਕ ਕਾਲ ਵਿੱਚ ਪਹੁੰਚਦਿਆਂ ਇਸਤਰੀਆਂ ਦੀ ਜਿਹੜੀ ਮਹੱਤਤਾ ਸੀ ਉਹ ਘਟਣ ਲੱਗ ਪਈ। ਉਸ ਤੋਂ ਬਾਅਦ ਜੇ ਵਿਆਹ ਦੀ ਸੰਸਥਾ ਦੀ ਗੱਲ ਕਰੀਏ ਤਾਂ ਰਿਗਵੈਦਿਕ ਕਾਲ ਦੇ ਵਿੱਚ, ਜਿਸ ਤਰ੍ਹਾਂ ਅੱਗੇ ਅਸੀਂ ਪੜ੍ਹ ਕੇ ਹਟੇ ਹਾਂ, ਕਿ ਇਸਤਰੀਆਂ ਨੂੰ ਆਪਣਾ ਪਤੀ ਚੁਣਨ ਦਾ ਅਧਿਕਾਰ ਸੀ, ਜਿਹਨੂੰ ਕਿ ਸਵੰਬਰ ਪ੍ਰਥਾ ਵੀ ਕਿਹਾ ਜਾਂਦਾ ਸੀਗਾ। ਉਸ ਸਮੇਂ ਸਿਰਫ ਜਿਹੜੇ ਅਮੀਰ ਲੋਕ ਤੇ ਜਿਹੜੇ ਰਾਜੇ ਹੁੰਦੇ ਸੀਗੇ ਉਹ ਹੀ ਬਹੁ ਪਤਨੀ ਵਿਆਹ ਕਰਦੇ ਹੁੰਦੇ ਸੀਗੇ। ਉੱਤਰ ਵੈਦਿਕ ਕਾਲ ਦੇ ਆਉਂਦਿਆਂ ਤੱਕ ਦਹੇਜ ਪ੍ਰਥਾ ਵੀ ਪ੍ਰਚਲਿਤ ਹੋ ਚੁੱਕੀ ਸੀ। ਹਾਲਾਂਕਿ ਕਈ ਇਤਿਹਾਸਕਾਰ ਇਹ ਮੰਨਦੇ ਆ ਕਿ ਦਹੇਜ ਪ੍ਰਥਾ ਆਮ ਨਹੀਂ ਸੀ। ਉੱਤਰ ਵੈਦਿਕ ਕਾਲ ਤੱਕ ਸਤੀ ਪ੍ਰਥਾ ਤੇ ਕੰਨਿਆ ਹੱਤਿਆ ਵਰਗੀਆਂ ਕੁਰੀਤੀਆਂ ਪ੍ਰਚਲਿਤ ਨਹੀਂ ਸੀ। ਇਹ ਬਾਅਦ ਦੇ ਵਿੱਚ ਪ੍ਰਚਲਿਤ ਹੋਈਆਂ, ਪਰ ਇਸਤਰੀਆਂ ਦਾ ਜਿਹੜਾ ਦਰਜਾ ਸੀਗਾ ਉਹ ਇਸ ਸਮੇਂ ਤੱਕ ਕਾਫੀ ਜ਼ਿਆਦਾ ਘਟਣ ਲੱਗ। ਉਸ ਤੋਂ ਬਾਅਦ ਅੱਗੇ ਗੱਲ ਕਰਦੇ ਹਾਂ ਵਰਣ ਵਿਵਸਥਾ ਦੀ ਜਾਂ ਜਾਤੀ ਪ੍ਰਥਾ ਦੀ। ਸੋ ਇਹ ਜਾਤੀ ਪ੍ਰਥਾ ਜਾਂ ਵਰਣ ਵਿਵਸਥਾ ਆਰਿਆ ਲੋਕਾਂ ਦੀ ਮੁੱਖ ਦੇਣ ਮੰਨਿਆ ਜਾਂਦਾ ਆ। ਕੁਝ ਲੇਖਕ ਇਹ ਰਿਗਵੇਦ ਵਿੱਚ ਜਿਹੜਾ 10ਵੇਂ ਮੰਡਲ ਵਿੱਚ ਪੁਰਸ਼ ਸੂਤਕ ਆ ਉਹਦੇ ਆਧਾਰ ਤੇ ਮੰਨਦੇ ਆ ਕਿ ਇਸ ਕਾਲ ਦੇ ਵਿੱਚ ਜਾਤੀ ਪ੍ਰਥਾ ਮੌਜੂਦ ਸੀ। ਹਾਲਾਂਕਿ ਬਹੁਤ ਸਾਰੇ ਇਤਿਹਾਸਕਾਰ ਇਹ ਮੰਨਦੇ ਆ ਕਿ ਰਿਗਵੇਦ ਦੇ ਵਿੱਚ ਜਿਹੜਾ ਪੁਰਸ਼ ਸੂਤਕ ਮੰਡਲ ਆ ਇਹ ਬਹੁਤ ਬਾਅਦ ਦੇ ਵਿੱਚ ਇਹਦੇ ਵਿੱਚ ਜੁੜਿਆ ਗਿਆ, ਕਿਉਂਕਿ ਇਸ ਤੋਂ ਇਲਾਵਾ ਹੋਰ ਕਿਤੇ ਵੀ ਇਹਨਾਂ ਜਾਤ ਪ੍ਰਥਾ ਦੇ ਬਾਰੇ ਕਿਤੇ ਵੀ ਵਰਣਨ ਨਹੀਂ ਹੁੰਦਾ। ਜ਼ਿਆਦਾਤਰ ਇਤਿਹਾਸਕਾਰ ਇਹ ਮੰਨਦੇ ਆ ਕਿ ਉਸ ਸਮੇਂ ਦੇ ਵਿੱਚ ਸਿਰਫ ਵਰਣ ਵਿਵਸਥਾ ਮੌਜੂਦ ਸੀ। ਵਰਣ ਤੋਂ ਭਾਵ ਰੰਗ। ਸੋ ਉਸ ਸਮੇਂ ਦੇ ਵਿੱਚ ਆਰਿਆ ਤੇ ਅਨਾਰਿਆ ਦੋ ਵਰਣ ਹੀ ਮੌਜੂਦ ਸੀ। ਅਨਾਰਿਆ ਨੂੰ ਦਾਸ ਵੀ ਕਿਹਾ ਜਾਂਦਾ ਸੀਗਾ ਤੇ ਉਹਨੂੰ ਦਾਸ ਵਰਣ ਦਾ ਉਲੇਖ ਵੀ ਉਹਦੇ ਵਿੱਚ ਮਿਲਦਾ ਹੈ। ਉਸ ਸਮੇਂ ਰਿਗਵੈਦਿਕ ਕਾਲ ਦੇ ਵਿੱਚ ਬਾਅਦ ਦੇ ਵਿੱਚ 3 ਸ਼੍ਰੇਣੀਆਂ ਹੋਂਦ ਵਿੱਚ ਆਈਆਂ ਸੀ। ਪਹਿਲੀ ਸ਼੍ਰੇਣੀ ਉਹ ਸ਼੍ਰੇਣੀ ਸੀ ਜਿਹੜੀ ਕਿ ਰਣ ਭੂਮੀ ਵਿੱਚ ਲੜਨ ਵਾਲੇ ਸੀਗੇ। ਦੂਜੀ ਸ਼੍ਰੇਣੀ ਪੁਰੋਹਿਤਾਂ ਦੀ ਸੀ ਤੇ ਤੀਜੀ ਸ਼੍ਰੇਣੀ ਆਮ ਲੋਕਾਂ ਦੀ ਸੀ। ਤੇ ਇਹਨਾਂ ਸ਼੍ਰੇਣੀਆਂ ਦੇ ਕੋਈ ਵੱਖੋ ਵੱਖਰੇ ਨਿਯਮ ਨਹੀਂ ਹੁੰਦੇ ਸੀ। ਹਾਂ, ਉੱਤਰ ਵੈਦਿਕ ਕਾਲ ਦੇ ਵਿੱਚ ਜਾਤੀ ਪ੍ਰਥਾ ਦਾ ਰੂਪ ਬਦਲਣ ਲੱਗ ਪਿਆ। ਸੋ ਇਹ 4 ਸ਼੍ਰੇਣੀਆਂ ਹੋਂਦ ਵਿੱਚ ਆਈਆਂ ਸੀਗੀਆਂ। ਇਹਨਾਂ 4 ਜਾਤੀਆਂ ਦੇ ਵਿੱਚ ਵੱਖ-ਵੱਖ ਜਿਹੜੇ ਕੰਮ ਸੀਗੇ ਉਹ ਵੰਡੇ ਗਏ ਸੀਗੇ। ਜਿਸ ਤਰ੍ਹਾਂ ਜਿਹੜੇ ਬ੍ਰਾਹਮਣ ਸੀ ਉਹਨਾਂ ਦਾ ਕੰਮ ਸੀ ਯੱਗ ਕਰਵਾਉਣਾ, ਪਾਠ ਪੂਜਾ ਕਰਾਉਣਾ ਤੇ ਸਿੱਖਿਆ ਪ੍ਰਦਾਨ ਕਰਨਾ। ਦੂਸਰੇ ਨੰਬਰ ਤੇ ਖਸ਼ਤਰੀ ਆਉਂਦੇ ਸੀਗੇ, ਜਿਨ੍ਹਾਂ ਦਾ ਮੁੱਖ ਕੰਮ ਯੁੱਧ ਕਰਨਾ, ਜਨਤਾ ਦੀ ਰੱਖਿਆ ਕਰਨਾ ਤੇ ਸ਼ਾਸਨ ਚਲਾਉਣਾ ਆਉਂਦਾ ਸੀ। ਤੀਸਰੇ ਨੰਬਰ ਤੇ ਵੈਸ਼ ਆਉਂਦੇ ਸੀ, ਜਿਨ੍ਹਾਂ ਦਾ ਕੰਮ ਖੇਤੀ ਕਰਨਾ ਤੇ ਵਪਾਰ ਕਰਨਾ ਸੀ। ਤੇ ਚੌਥੇ ਨੰਬਰ ਤੇ ਸ਼ੂਦਰ ਆਉਂਦੇ ਸੀਗੇ, ਜਿਨ੍ਹਾਂ ਦਾ ਕੰਮ ਇਹਨਾਂ ਤਿੰਨਾਂ ਵਰਗਾਂ ਦੀ ਸੇਵਾ ਕਰਨਾ ਹੁੰਦਾ ਸੀਗਾ। ਸੋ ਉਸ ਤੋਂ ਬਾਅਦ ਇੱਕ ਹੋਰ ਮਹੱਤਵਪੂਰਨ ਦੇਣ ਆਰਿਆ ਲੋਕਾਂ ਦੀ ਸਾਹਮਣੇ ਆਉਂਦੀ ਹੈ। ਆਰਿਆ ਲੋਕਾਂ ਨੇ ਮਨੁੱਖ ਦੇ ਜੀਵਨ ਨੂੰ 100 ਸਾਲ ਮੰਨ ਕੇ ਉਹਨੂੰ 25-25 ਸਾਲਾਂ ਦੇ 4 ਭਾਗਾਂ ਦੇ ਵਿੱਚ ਵੰਡ ਦਿੱਤਾ ਸੀ, ਔਰ ਜਿਹਨੂੰ ਕਿ ਆਸ਼ਰਮ ਵਿਵਸਥਾ ਵੀ ਕਿਹਾ ਜਾਂਦਾ ਸੀਗਾ। 4 ਆਸ਼ਰਮ ਹੋਂਦ ਵਿੱਚ ਆਏ ਸੀਗੇ। ਪਹਿਲਾ ਆਸ਼ਰਮ ਸੀਗਾ ਬ੍ਰਹਮਚਾਰਿਆ ਆਸ਼ਰਮ। ਸੋ ਇਸ ਆਸ਼ਰਮ ਦੇ ਵਿੱਚ ਬੱਚੇ ਦੇ ਜਨਮ ਤੋਂ ਲੈ ਕੇ 25 ਸਾਲ ਦੀ ਉਮਰ ਦੀ ਹੋਣ ਤੱਕ ਦਾ ਮੰਨਿਆ ਜਾਂਦਾ ਸੀ। ਇਹਨਾਂ 25 ਸਾਲਾਂ ਦੇ ਵਿੱਚ ਮਨੁੱਖ ਸਿੱਖਿਆ ਗ੍ਰਹਿਣ ਕਰਨ ਦਾ ਕੰਮ ਕਰਿਆ ਕਰਦਾ ਸੀਗਾ। ਉਸ ਤੋਂ ਬਾਅਦ ਅਗਲਾ ਜਿਹੜਾ ਆਸ਼ਰਮ ਹੈ ਉਹ ਹੈ ਗ੍ਰਹਸਥ ਆਸ਼ਰਮ, ਜਿਹੜਾ ਕਿ ਅਗਲੇ 25 ਸਾਲ ਭਾਵ 25 ਤੋਂ 50 ਸਾਲ ਦੀ ਉਮਰ ਦਾ ਆਸ਼ਰਮ ਇਹਨੂੰ ਮੰਨਿਆ ਜਾਂਦਾ ਆ। ਇਸ ਸਮੇਂ ਦੇ ਵਿੱਚ ਜਾਂ ਇਸ ਆਸ਼ਰਮ ਦੇ ਵਿੱਚ ਮਨੁੱਖ ਆਪਣੀ ਗ੍ਰਹਸਥੀ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਿਆ ਕਰਦਾ ਸੀ। ਅਗਲੇ ਆਸ਼ਰਮ ਦੀ ਜੇ ਗੱਲ ਕਰੀਏ ਤਾਂ ਉਸ ਆਸ਼ਰਮ ਦਾ ਨਾਮ ਹੈ ਵਾਣਪ੍ਰਸਥ ਆਸ਼ਰਮ। ਇਸ ਆਸ਼ਰਮ ਦੇ ਵਿੱਚ ਜਾਂ ਇਸ ਸਮੇਂ ਦੇ ਦੌਰਾਨ ਇਨਸਾਨ ਅਧਿਆਤਮਿਕ ਤੇ ਦਾਰਸ਼ਨਿਕ ਸਿੱਖਿਆ ਪ੍ਰਾਪਤ ਕਰਨ ਦੇ ਯਤਨ ਕਰਦਾ ਸੀ। ਉਹ ਜੰਗਲਾਂ ਵਿੱਚ ਵੀ ਜਾਂਦਾ ਸੀ ਔਰ ਇਸ ਤਰ੍ਹਾਂ ਦੀ ਜਿਹੜੀ ਸਿੱਖਿਆ ਸੀ ਉਹ ਪ੍ਰਾਪਤ ਕਰਨ ਦੇ ਯਤਨ ਕਰਦਾ ਸੀਗਾ। ਤੇ ਅਖੀਰਲਾ ਆਸ਼ਰਮ ਜਿਹੜਾ ਕਿ 75 ਤੋਂ 100 ਸਾਲ ਦੀ ਉਮਰ ਤੱਕ ਦਾ ਮੰਨਿਆ ਜਾਂਦਾ ਹੈ, ਇਹਨੂੰ ਸੰਨਿਆਸ ਆਸ਼ਰਮ ਕਿਹਾ ਜਾਂਦਾ ਸੀ। ਇਸ ਆਸ਼ਰਮ ਦੇ ਦੌਰਾਨ ਜਾਂ ਇਸ ਸਮੇਂ ਦੇ ਦੌਰਾਨ ਮਨੁੱਖ ਘਰ-ਬਾਰ ਛੱਡ ਕੇ ਜੰਗਲਾਂ ਵਿੱਚ ਚਲਾ ਜਾਂਦਾ ਸੀਗਾ
ਔਰ ਜੰਗਲਾਂ ਦੇ ਵਿੱਚ ਮੁਕਤੀ ਦੀ ਪ੍ਰਾਪਤੀ ਦੇ ਲਈ ਪਰਮਾਤਮਾ ਦੇ ਗੁਣਗਾਨ ਗਾਇਆ ਕਰਦਾ ਸੀਗਾ। ਉਸ ਤੋਂ ਬਾਅਦ ਭੋਜਨ ਦੀ ਜੇ ਗੱਲ ਕਰੀਏ ਤਾਂ ਉਸ ਸਮੇਂ ਦੇ ਵਿੱਚ ਹਰ ਤਰ੍ਹਾਂ ਦਾ ਜਿਹੜਾ ਭੋਜਨ ਸੀ, ਭਾਵ ਸ਼ਾਕਾਹਾਰੀ ਤੇ ਮਾਸਾਹਾਰੀ, ਵੈਜੀਟੇਰੀਅਨ ਤੇ ਨਾਨ ਵੈਜੀਟੇਰੀਅਨ, ਦੋਨੇ ਤਰ੍ਹਾਂ ਦੇ ਜਿਹੜੇ ਭੋਜਨ ਸੀ ਉਹ ਖਾਧੇ ਜਾਂਦੇ ਸੀਗੇ। ਆਮ ਤੌਰ ਤੇ ਕਣਕ, ਚੌਲ, ਬਾਜਰਾ, ਜਵਾਰ ਇਹ ਸਾਰੀਆਂ ਫਸਲਾਂ ਬੀਜੀਆਂ ਜਾਂਦੀਆਂ ਸੀਗੀਆਂ। ਇਸ ਤੋਂ ਇਲਾਵਾ ਕਈ ਤਰ੍ਹਾਂ ਦੇ ਮਸਾਲੇ ਵੀ ਵਰਤੇ ਜਾਂਦੇ ਸੀਗੇ ਜਿਹੜੇ ਕਿ ਭੋਜਨ ਨੂੰ ਹੋਰ ਜ਼ਿਆਦਾ ਸਵਾਦੀ ਬਣਾਉਂਦੇ ਸੀਗੇ। ਇਸ ਤੋਂ ਇਲਾਵਾ ਜੇ ਗੱਲ ਕਰੀਏ ਕੱਪੜਿਆਂ ਦੀ ਤਾਂ ਉਸ ਸਮੇਂ ਦੇ ਦੌਰਾਨ ਨੀਵੀ, ਵਾਸ ਤੇ ਅਧਿਵਾਸ ਤਿੰਨ ਤਰ੍ਹਾਂ ਦੇ ਕੱਪੜੇ ਪਹਿਨੇ ਜਾਂਦੇ ਸੀ। ਵਾਸ ਸਰੀਰ ਦੇ ਉੱਪਰਲੇ ਹਿੱਸੇ ਵਿੱਚ, ਜਿਹਦੇ ਵਿੱਚ ਕਿ ਕਮੀਜ਼ ਜਾਂ ਕੁੜਤੇ ਵਗੈਰਾ ਪਾਏ ਜਾਂਦੇ ਸੀਗੇ, ਤੇ ਅਧਿਵਾਸ ਸਿਰ ਦੇ ਉੱਤੇ ਬੰਨਣ ਵਾਲਾ ਜਿਹੜਾ ਕੱਪੜਾ ਸੀ, ਜਿਸ ਤਰ੍ਹਾਂ ਪੱਗ ਜਾਂ ਟੋਪੀ ਵਗੈਰਾ ਹੁੰਦੀ ਸੀ, ਉਹਨੂੰ ਅਧਿਵਾਸ ਵੀ ਕਿਹਾ ਜਾਂਦਾ ਸੀ। ਸੋ ਉਸ ਸਮੇਂ ਗਹਿਣਿਆਂ ਦੀ ਵਰਤੋਂ ਇਸਤਰੀਆਂ ਤੇ ਮਰਦ ਦੋਨੇ ਹੀ ਕਰਦੇ ਸੀਗੇ। ਹਾਰ ਸ਼ਿੰਗਾਰ ਦਾ ਪੂਰਾ ਪ੍ਰਬੰਧ ਉਹ ਕਰਦੇ ਸੀਗੇ ਔਰ ਸੋਨੇ, ਚਾਂਦੀ ਔਰ ਹੀਰੇ ਦੇ ਗਹਿਣੇ ਜਿਹੜੇ ਸੀਗੇ ਉਸ ਸਮੇਂ ਪਾਏ ਜਾਂਦੇ ਸੀਗੇ। ਇਸ ਤੋਂ ਇਲਾਵਾ ਜੇ ਮਨੋਰੰਜਨ ਦੀ ਗੱਲ ਕਰ ਲਈਏ ਤਾਂ ਉਸ ਸਮੇਂ ਮਨੋਰੰਜਨ ਦੇ ਵਿੱਚ ਆਮ ਤੌਰ ਤੇ ਜਾਨਵਰਾਂ ਦੀਆਂ ਲੜਾਈਆਂ, ਨਾਚ ਗਾਉਣੇ ਆਦਿ ਦੇ ਨਾਲ ਮਨੋਰੰਜਨ ਕੀਤਾ ਜਾਂਦਾ ਸੀਗਾ। ਸਿੱਖਿਆ ਦੀ ਜੇ ਗੱਲ ਕਰੀਏ ਤਾਂ ਉਸ ਸਮੇਂ ਸਿੱਖਿਆ ਜਿਹੜੀ ਹੁੰਦੀ ਸੀ ਉਹਦਾ ਗੁਰੂ ਸ਼ਿਸ਼ ਦੀ ਪਰੰਪਰਾ ਪ੍ਰਚਲਿਤ ਸੀ, ਭਾਵ ਸ਼ਿਸ਼ ਗੁਰੂ ਦੇ ਕੋਲ ਜਾ ਕੇ ਰਹਿੰਦਾ ਸੀ ਔਰ ਉਹਦੇ ਕੋਲ ਹੀ ਸਿੱਖਿਆ ਪ੍ਰਾਪਤ ਕਰਦਾ ਸੀ। ਉਸ ਤੋਂ ਬਾਅਦ ਧਾਰਮਿਕ ਅਵਸਥਾ ਦੀ ਗੱਲ ਕਰੀਏ ਜਾਂ ਧਾਰਮਿਕ ਹਾਲਾਤਾਂ ਦੀ ਗੱਲ ਕਰੀਏ, ਉਸ ਸਮੇਂ ਮੁੱਖ ਰੂਪ ਦੇ ਵਿੱਚ ਦੇਵੀ ਦੇਵਤਿਆਂ ਨੂੰ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਸੀ। ਪਹਿਲਾ ਸੀ ਆਕਾਸ਼ ਦੇ ਦੇਵਤਾ, ਜਿਹਦੇ ਵਿੱਚ ਵਰੁਣ, ਸੂਰਜ, ਇੰਦਰ, ਦਿਓਸ ਇਹ ਮੁੱਖ ਸੀ। ਇਸ ਤੋਂ ਇਲਾਵਾ ਧਰਤੀ ਦੇ ਦੇਵਤਿਆਂ ਦੇ ਵਿੱਚ ਅਗਨੀ, ਪ੍ਰਿਥਵੀ, ਸਰਸਵਤੀ ਇਹ ਪ੍ਰਸਿੱਧ ਸੀ, ਤੇ ਵਾਯੂਮੰਡਲ ਦੇ ਦੇਵਤਿਆਂ ਦੇ ਵਿੱਚ ਵਾਯੂ, ਰੁਦਰ, ਵਾਤ ਇਹ ਪ੍ਰਸਿੱਧ ਦੇਵੀ ਦੇਵਤੇ ਸੀ, ਜਿਹੜੇ ਕਿ ਰਿਗ ਵੈਦਿਕ ਕਾਲ ਦੇ ਵਿੱਚ ਜਿਨ੍ਹਾਂ ਦੀ ਪੂਜਾ ਕੀਤੀ ਜਾਂਦੀ ਸੀ। ਇਸ ਤੋਂ ਇਲਾਵਾ ਰਿਗ ਵੈਦਿਕ ਕਾਲ ਦੇ ਵਿੱਚ ਕੁਝ ਹੋਰ ਮਹੱਤਵਪੂਰਨ ਦੇਵੀ ਦੇਵਤਿਆਂ ਦੀ ਪੂਜਾ ਵੀ ਕੀਤੀ ਜਾਂਦੀ ਸੀ। ਰਿਗ ਵੈਦਿਕ ਕਾਲ ਤੋਂ ਬਾਅਦ ਜੇ ਆਪਾਂ ਉੱਤਰ ਵੈਦਿਕ ਕਾਲ ਦੀ ਗੱਲ ਕਰੀਏ ਤੇ ਉੱਤਰ ਵੈਦਿਕ ਕਾਲ ਦੇ ਵਿੱਚ ਸ਼ਿਵ ਜੀ, ਵਿਸ਼ਨੂੰ, ਬ੍ਰਹਮਾ ਤੇ ਗਣੇਸ਼ ਇਹਨਾਂ ਦੀ ਮਹੱਤਤਾ ਬਹੁਤ ਜ਼ਿਆਦਾ ਵੱਧ ਗਈ। ਉਸ ਸਮੇਂ ਦੇ ਵਿੱਚ ਇੰਦਰ, ਵਰੁਣ, ਅਗਨੀ ਦਾ ਮਹੱਤਵ ਘਟਣ ਲੱਗ ਪਿਆ ਤੇ ਤ੍ਰਿਦੇਵ ਦਾ ਮਹੱਤਵ ਵਧਣ ਲੱਗ ਪਿਆ। ਤ੍ਰਿਦੇਵ ਤੋਂ ਭਾਵ ਬ੍ਰਹਮਾ, ਵਿਸ਼ਨੂੰ ਤੇ ਸ਼ਿਵ ਜੀ। ਇਸ ਤੋਂ ਇਲਾਵਾ ਗਣੇਸ਼, ਦੁਰਗਾ, ਭਗਵਾਨ ਰਾਮ, ਕ੍ਰਿਸ਼ਨ ਇਹਨਾਂ ਸਾਰੇ ਦੇਵੀ ਦੇਵਤਿਆਂ ਦੀ ਵੀ ਪੂਜਾ ਹੋਣ ਲੱਗ ਪਈ ਸੀ। ਸੋ ਇਸ ਕਾਲ ਦੇ ਵਿੱਚ ਕਰਮ ਕਾਂਡ ਵੀ ਬਹੁਤ ਜ਼ਿਆਦਾ ਵੱਧ ਗਏ ਤੇ ਧਾਰਮਿਕ ਪੱਖੋਂ ਇਸ ਕਾਲ ਦੇ ਵਿੱਚ ਕਾਫੀ ਜ਼ਿਆਦਾ ਗਿਰਾਵਟ ਵੀ ਆਉਣ ਲੱਗ ਪਈ ਸੀ। ਉਸ ਤੋਂ ਬਾਅਦ ਇਹਨਾਂ ਆਰਿਆਂ ਦੀ ਦੇਣ ਦੀ ਜੇ ਗੱਲ ਕਰ ਲਈਏ ਤੇ ਇਹਨਾਂ ਆਰਿਆ ਲੋਕਾਂ ਦੀ ਭਾਰਤ ਨੂੰ ਬਹੁਤ ਮਹੱਤਵਪੂਰਨ ਦੇਣ ਆ। ਸਭ ਤੋਂ ਮਹੱਤਵਪੂਰਨ ਦੇਣ ਸੰਸਕ੍ਰਿਤ ਭਾਸ਼ਾ ਦੀ ਦੇਣ ਆ। ਸੋ ਇਹ ਇਹੋ ਜਿਹੀ ਭਾਸ਼ਾ ਆ ਜਿਹਦੇ ਉੱਤੇ ਭਾਰਤ ਵਾਸੀ ਮਾਣ ਕਰਦੇ ਆ। ਦੂਸਰੀ ਮਹੱਤਵਪੂਰਨ ਦੇਣ ਵੈਦਿਕ ਸਾਹਿਤ ਦੀ ਆ, ਜਿਹਦੇ ਵਿੱਚ ਰਿਗਵੇਦ, ਸਾਮਵੇਦ, ਯਜੁਰਵੇਦ, ਅਥਰਵਵੇਦ ਇਹ ਸਾਰੇ ਵੇਦ ਆਉਂਦੇ ਆ, ਜਿਹੜੇ ਕਿ ਬਹੁਤ ਮਹੱਤਵਪੂਰਨ ਗਿਆਨ ਦਾ ਸਰੋਤ। ਇਸ ਤੋਂ ਇਲਾਵਾ ਜਾਤੀ ਪ੍ਰਥਾ ਵੀ ਇਹਨਾਂ ਆਰਿਆ ਲੋਕਾਂ ਦੀ ਹੀ ਦੇਣ ਮੰਨੀ ਜਾਂਦੀ ਹੈ। ਇਸ ਤੋਂ ਇਲਾਵਾ ਸੰਯੁਕਤ ਪਰਿਵਾਰ ਪ੍ਰਣਾਲੀ ਵੀ ਇਹਨਾਂ ਆਰਿਆ ਲੋਕਾਂ ਦੀ ਹੀ ਦੇਣ ਹੈ। ਇਹ ਸਾਂਝਾ ਪਰਿਵਾਰ ਪ੍ਰਣਾਲੀ ਅੱਜ ਤੱਕ ਭਾਰਤ ਦੇ ਵਿੱਚ ਚੱਲਦੀ ਹੈ। ਇਸ ਤੋਂ ਇਲਾਵਾ ਗਣਤੰਤਰੀ ਰਾਜ ਵੀ ਇਹਨਾਂ ਦੀ ਹੀ ਮੁੱਖ ਦੇਣ ਹੈ। ਇਹਨਾਂ ਵੱਲੋਂ ਸਭਾ ਤੇ ਸਮਿਤੀ ਦਾ ਗਠਨ ਜਿਹੜਾ ਰਿਗਵੈਦਿਕ ਕਾਲ ਦੇ ਵਿੱਚ ਕੀਤਾ ਗਿਆ ਸੀ, ਉਹ ਰਾਜੇ ਦੀਆਂ ਅਸੀਮਤ ਤਾਕਤਾਂ ਉੱਤੇ ਰੋਕ ਲਾਉਂਦੀ ਸੀ। ਸੋ ਇਹ ਸਾਰੀਆਂ ਆਰਿਆ ਲੋਕਾਂ ਦੀ ਮਹੱਤਵਪੂਰਨ ਦੇਣ ਦੇ ਰੂਪ ਦੇ ਵਿੱਚ ਮੰਨੀ ਜਾਂਦੀ ਹੈ। ਉਸ ਤੋਂ ਬਾਅਦ ਆਪਾਂ ਥੋੜੀ ਜਿਹੀ ਰਿਵੀਜ਼ਨ ਕਰ ਲਈਏ। ਆਰਿਆ ਲੋਕਾਂ ਦੇ ਮੱਧ ਏਸ਼ੀਆ ਤੋਂ ਆਉਣ ਦਾ ਵਿਚਾਰ ਮੁੱਖ ਰੂਪ ਵਿੱਚ ਕਿਸ ਨੇ ਦਿੱਤਾ ਸੀ? ਸੋ ਮੈਕਸ ਮੂਲਰ ਨੇ ਇਹ ਸਿਧਾਂਤ ਦਿੱਤਾ ਸੀ, ਮੱਧ ਏਸ਼ੀਆ ਦਾ ਸਿਧਾਂਤ। ਦੂਸਰਾ ਸਵਾਲ, ਮਹਾਕਾਵ ਰਾਮਾਇਣ ਦੀ ਰਚਨਾ ਕਿਸ ਨੇ ਕੀਤੀ? ਸੋ ਮਹਾਰਿਸ਼ੀ ਵਾਲਮੀਕ ਜੀ ਵੱਲੋਂ ਰਾਮਾਇਣ ਦੀ ਰਚਨਾ ਕੀਤੀ ਗਈ ਸੀ। ਫਿਰ ਅਗਲਾ ਕੁਐਸਚਨ ਹੈ, ਰਿਗਵੈਦਿਕ ਕਾਲ ਵਿੱਚ ਸਮਾਜ ਵਿੱਚ ਇਸਤਰੀਆਂ ਦੀ ਸਥਿਤੀ ਸਨਮਾਨਜਨਕ ਸੀ, ਸਹੀ ਜਾਂ ਗਲਤ? ਸੋ ਬਿਲਕੁਲ ਸਹੀ ਹੈ।
ਅਗਲਾ ਕੁਐਸਚਨ ਹੈ ਸਭਾ ਤੇ ਸਮਿਤੀ ਦੀ ਮਹੱਤਤਾ ਉੱਤਰ ਵੈਦਿਕ ਕਾਲ ਦੇ ਵਿੱਚ ਵਧੀ ਜਾਂ ਘਟੀ। ਸੋ ਉੱਤਰ ਵੈਦਿਕ ਕਾਲ ਦੇ ਵਿੱਚ ਸਭਾ ਤੇ ਸਮਿਤੀ ਦੀ ਮਹੱਤਤਾ ਘਟਣ ਲੱਗ ਪਈ ਸੀ। ਅਗਲਾ ਸਵਾਲ ਹੈ ਉੱਤਰ ਵੈਦਿਕ ਕਾਲ ਵਿੱਚ ਸਮਾਜ ਕਿਹੜੀਆਂ ਮੁੱਖ ਜਾਤਾਂ ਵਿੱਚ ਵੰਡਿਆ ਹੋਇਆ ਸੀ। ਸੋ ਬ੍ਰਾਹਮਣ, ਕਸ਼ਤਰੀ, ਵੈਸ਼ ਤੇ ਸ਼ੂਦਰ, ਇਹਨਾਂ 4 ਜਾਤਾਂ ਦੇ ਵਿੱਚ ਸਮਾਜ ਵੰਡਿਆ ਹੋਇਆ ਸੀ। ਅਗਲਾ ਸਵਾਲ ਹੈ ਆਰੀਆ ਲੋਕਾਂ ਨੇ ਜੀਵਨ ਨੂੰ ਕਿਹੜੇ 4 ਆਸ਼ਰਮਾਂ ਵਿੱਚ ਵੰਡਿਆ ਹੋਇਆ ਸੀਗਾ। ਸੋ ਬ੍ਰਹਮਚਾਰਿਆ ਆਸ਼ਰਮ, ਗ੍ਰਹਸਥ ਆਸ਼ਰਮ, ਵਾਣਪ੍ਰਸਥ ਆਸ਼ਰਮ ਤੇ ਸੰਨਿਆਸ ਆਸ਼ਰਮ, 4 ਆਸ਼ਰਮਾਂ ਦੇ ਵਿੱਚ ਵੰਡਿਆ ਹੋਇਆ ਸੀ। ਅਗਲਾ ਸਵਾਲ ਹੈ ਉਸ ਸਮੇਂ ਅਧਿਆਤਮਕ ਗਿਆਨ ਦੀ ਸਿੱਖਿਆ ਦਿੱਤੀ ਜਾਂਦੀ ਸੀ। ਕੀ ਇਹ ਸਹੀ ਗੱਲ ਹੈ ਜਾਂ ਗਲਤ ਗੱਲ ਹੈ। ਸੋ ਬਿਲਕੁਲ ਸਹੀ ਹੈ ਕਿ ਉਸ ਸਮੇਂ ਅਧਿਆਤਮਕ ਗਿਆਨ ਦੀ ਸਿੱਖਿਆ ਦਿੱਤੀ ਜਾਂਦੀ ਸੀ। ਸੋ ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਥੈਂਕ ਯੂ।